ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਤਿੰਨੋਗੀਆਂ ਹਸਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰ ਹਰੀਸ਼ ਸ਼ਰਮਾ, ਇਹ ਇਤਿਹਾਸ ਔਰ ਰਾਜਨੀਤੀ ਦੇ ਮਾਹਿਰ ਨੇ। ਇਹਨਾਂ ਦੇ ਨਾਲ ਨੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਇਹਨਾਂ ਦਾ ਵੀ ਅੰਕੜਿਆਂ ਨਾਲ ਕਾਫੀ ਨੇੜੇ ਦਾ ਵਾਸਤਾ ਹੈ। ਸਿਆਸਤ ਦੇ ਨਜ਼ਰੀਏ ਤੋਂ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ। ਤੀਜੇ ਸਾਡੇ ਕੋਲ ਪੰਥਕ ਵਿਦਵਾਨ ਔਰ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅੱਜ ਕੱਲ੍ਹ ਇਹ ਡਾਇਰੈਕਟਰ ਨੇ ਉੱਥੇ। ਤਿੰਨਾਂ ਨੂੰ ਮੈਂ ਜੀ ਆਇਆ ਆਖਦਾ ਜੀ। ਧੰਨਵਾਦ। ਅੱਜ ਨੈਰੇਟਿਵ ਵੱਖ-ਵੱਖ ਤਰ੍ਹਾਂ ਦੇ ਨੇ। ਹਰੇਕ ਪਾਰਟੀ ਆਪਣਾ ਏਜੰਡਾ ਪੇਸ਼ ਕਰਨਾ ਚਾਹੁੰਦੀ, ਆਪਣਾ ਇੱਕ ਨਵਾਂ ਨੈਰੇਟਿਵ ਸਿਰਜਣਾ ਚਾਹੁੰਦੀ, ਆਪਣਾ ਬਿਰਤਾਂਤ ਸੁਣਾਉਣਾ ਚਾਹੁੰਦੀ। ਔਰ ਅਨਫੋਰਚੂਨੇਟਲੀ, ਜਾਂ ਇਹ ਇਉਂ ਕਹਿ ਲਈਏ ਕਿ ਸਾਡੀ ਤਰਾਸਦੀ ਹੈ ਕਿ ਅਸੀਂ ਠੀਕ ਦਿਸ਼ਾ 'ਚ ਜਾਣ ਦੀ ਬਜਾਏ ਜੁਗਾੜਬੰਦੀ 'ਚ ਪੈ ਜਾਂਦੇ। ਕੋਈ ਆਪਣੇ ਆਪ ਨੂੰ ਪੰਥਕ ਧਿਰ ਕਹਿ ਕੇ ਅੱਗੇ ਵਧਣਾ ਚਾਹੁੰਦੀ ਹੈ ਔਰ ਉਸ ਤਰ੍ਹਾਂ ਦੀਆਂ ਵੋਟਾਂ ਦੇ ਉੱਤੇ ਨਜ਼ਰ ਰੱਖ ਕੇ ਤੁਰਦੀ ਹੈ। ਦੂਜੀ ਆਪਣੇ ਆਪ ਨੂੰ ਹਿੰਦੂ ਜਮਾਤ ਦੀ ਨੁਮਾਇੰਦਾ ਸਾਬਤ ਕਰਨ ਲਈ ਪੱਬਾਂ ਭਾਰ। ਤੀਜੀ ਆਪਣੇ ਆਪ ਨੂੰ ਪਛੜੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਜਾਤੀਆਂ ਦੀ ਅਲੰਬਰਦਾਰ ਘੁਮਾਉਣ ਲਈ ਕਾਹਲੀ ਹੈ। ਤੇ ਕੋਈ ਧਿਰ ਕਿਸਾਨੀ ਨੂੰ ਆਪਣੀ ਗੱਲ ਦੱਸਦੀ ਪਈ ਹੈ। ਜਾਂ ਸਭ ਤੋਂ ਵੱਡੀ ਗੱਲ ਕਿ ਧਰਮਾਂ ਦੇ ਨਾਂ ਤੇ ਕਦੇ ਪੰਜਾਬ ਨੇ ਵੋਟ ਪਾਈ? ਜਦੋਂ ਅੱਜ ਫੈਸਲਾਕੁਨ ਦੌਰ 'ਚ ਆ ਤੇ ਸਿਆਸੀ ਪਾਰਟੀਆਂ ਆਪਣਾ ਹਰ ਪੱਤਾ ਖੇਡ ਰਹੀਆਂ, ਉਦੋਂ ਆਮ ਬੰਦੇ ਦਾ ਪੱਤਾ ਕਿਹੜਾ? ਪੰਜਾਬ ਦਾ ਇਤਿਹਾਸ ਕੀ ਹੈ? ਪੰਜਾਬ ਦਾ ਚੁਣਾਵੀ ਇਤਿਹਾਸ ਕੀ ਹੈ? ਇਹ ਸਾਰੀਆਂ ਚੀਜ਼ਾਂ ਨਾਲ ਨਾਲ ਤੁਰਦੀਆਂ। ਇਸੇ ਸਮੇਂ ਇਸ ਬਸਾਤ 'ਚ, ਚੁਣਾਵੀ ਬਸਾਤ ਤੇ ਕਿਹੜਾ ਪੱਤਾ ਕੰਮ ਕਰੂਗਾ ਕਿਸੇ ਨੂੰ ਪਤਾ ਨਹੀਂ, ਪਰ ਖੇਡਣਾ ਹਰ ਕੋਈ ਚਾਹੁੰਦਾ। ਅਸੀਂ ਇੱਥੇ ਗੱਲ ਕਰਾਂਗੇ ਕਿ ਕੀ ਪੰਜਾਬ ਦੇ ਵਿੱਚ ਧਰਮ ਦਾ ਪੱਤਾ ਚੱਲ ਸਕਦਾ? ਧਰਮ ਦੇ ਨਾਂ ਤੇ ਵੋਟ ਪੈਂਦੀ ਹੈ, ਨਿੱਠ ਕੇ ਪੈਂਦੀ ਹੈ, ਇੱਕ ਵਾਢਿਓਂ ਪੈਂਦੀ ਹੈ? ਇਹ ਸਵਾਲ ਇਹ ਤਿੰਨੇ ਪ੍ਰੋਫੈਸਰ ਮੇਰੇ ਨਾਲੋਂ ਬਹੁਤ ਬਿਹਤਰ ਹੱਲ ਕਰ ਸਕਦੇ ਆ। ਇਹਦੇ ਉੱਤੇ ਆਪਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਡਾਕਟਰ ਹਰੀਸ਼ ਸ਼ਰਮਾ ਕੋ ਜਾਣਦੇ ਆ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਕੋਈ ਇਤਿਹਾਸ ਹੈ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਲਈ? ਕਿੰਨਾ ਕੁ ਸਥਾਨ ਬਚਿਆ? ਹਾਲਾਂਕਿ ਖੇਤਰੀ ਪਾਰਟੀ ਅਕਾਲੀ ਦਲ ਸਦਾ ਧਰਮ ਦੀ ਰਾਜਨੀਤੀ ਕਰਦੀ ਹੈ। ਧਰਮ ਯੁੱਧ ਮੋਰਚਿਆਂ ਤੋਂ ਲੈ ਕੇ ਹੁਣ ਤੱਕ, ਭਾਵੇਂ ਉਹਨਾਂ ਨੇ 96-94 ਦੇ ਕੋਲ ਜਾ ਕੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰਤਾ, ਲੇਕਿਨ ਉਹਨਾਂ ਨੂੰ ਮੁੜ ਕੇ ਪੰਥਕ ਏਜੰਡੇ ਤੇ ਆਉਣਾ ਪਿਆ। ਵੱਖਰੀ ਗੱਲ ਆ ਲੋਕ ਪ੍ਰਵਾਨ ਕਰਨ ਕਿ ਨਾ ਕਰਨ, ਲੇਕਿਨ ਇਸੇ ਤਰ੍ਹਾਂ ਜਿਹੜੀ ਭਗਵਾ ਪਾਰਟੀ ਆ, ਜਿਹੜੀ ਆਪਣੇ ਆਪ ਨੂੰ ਵੱਡੀ ਅਲੰਬਰਦਾਰ ਕਹਿੰਦੀ ਹੈ ਇੱਕ ਖਾਸ ਫਿਰਕੇ ਦੀਆਂ ਵੋਟਾਂ ਲਈ, ਉਹ ਮੰਨਣ ਨਾ ਮੰਨਣ ਪਰ ਇਹ ਉਹਨਾਂ ਦਾ ਦਾਅਵਾ ਲਗਭਗ ਰਹਿੰਦਾ ਹੈ ਔਰ ਉਹ ਹਿੰਦੂ ਜਮਾਤ ਦੀ ਨੁਮਾਇੰਦਗੀ ਕਰਦੀ ਦਿਸਦੀ ਆ ਧਰਾਤਲ ਦੇ ਉੱਤੇ। ਤੇ ਤੀਜੀ ਇਸ ਵੇਲੇ ਚੈਂਪੀਅਨ ਬਣੀ ਫਿਰਦੀ ਆ ਦਲਿਤ ਹਿੱਤਾਂ ਦੀ। ਇਹਨਾਂ ਸਾਰੇ ਨਜ਼ਰੀਆਂ ਤੋਂ ਪੰਜਾਬ ਦਾ ਇਤਿਹਾਸ ਜੇ ਵੇਖਿਆ ਜਾਵੇ, ਕਿਸੇ ਨੂੰ ਸਫਲਤਾ ਮਿਲਦੀ ਹੈ ਨਾ ਰਾਵਾਂ ਤੇ? ਰੰਧਾਵਾ ਸਾਹਿਬ, ਗੱਲ ਇਹ ਹੈ ਕਿ ਅੱਜ ਤੱਕ 1947 ਜਾਂ 1950-51 ਤੋਂ ਲੈ ਕੇ ਅੱਜ ਤੱਕ ਜੇ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੀਆਂ ਪੰਥਕ ਧਾਰਾਵਾਂ ਵੀ ਸਨ ਜਾਂ ਜਿਹੜੀਆਂ ਹੁਣ ਇਸ ਵੇਲੇ ਵੀ ਨੇ, ਉਹਨਾਂ ਨੇ ਜਦੋਂ ਵੋਟ ਮੰਗੀ ਹੈ ਉਹ ਸਿੱਖ ਦੇ ਨਾਂ ਤੇ ਨਹੀਂ ਵੋਟ ਮੰਗੀ, ਉਹਨਾਂ ਨੇ ਪੰਜਾਬੀਆਂ ਹੋਣ ਦੇ ਕਾਰਨ ਦੇ ਆਧਾਰ ਦੇ ਉੱਤੇ ਵੋਟ ਮੰਗੀ ਹੈ ਜੀ। ਬਾਕੀ ਜਿਹੜੀ ਗੱਲ ਤੁਸੀਂ ਸੈਫਰਨ ਪਾਰਟੀ ਦੀ ਕਰਦੇ ਪਏ ਜਾਂ ਭਗਵਾ ਪਾਰਟੀ ਦੀ ਕਰਦੇ ਪਏ ਹੋ, ਉਹਨਾਂ ਦਾ ਆਧਾਰ ਹਮੇਸ਼ਾ ਇੱਕ ਜਮਾਤ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਉਹਦੇ ਵਿੱਚ ਹਾਲੇ ਤੱਕ ਤੇ ਕਾਮਯਾਬ ਨਹੀਂ ਸੀ ਹੋਏ ਜੀ। ਦੇਖੋ ਤੁਸੀਂ, ਤੁਹਾਡਾ ਜੇ ਇਸ਼ਾਰਾ ਜਨਸੰਘ ਜਾਂ ਬੀਜੇਪੀ ਵੱਲ ਹੈ, ਤੇ ਜਨਸੰਘ ਨੇ ਆਪਣੇ ਆਪ ਨੂੰ ਹਿੰਦੂ ਚੈਂਪੀਅਨ ਤੇ ਕਿਹਾ ਸੀ, ਕਿਉਂਕਿ ਜਿਹੜਾ origin RSS ਦਾ ਹੈ, ਪਰ ਦੈਨ ਉਹਨਾਂ ਨੇ ਕਦੀ ਵੀ ਹਿੰਦੂ ਦੇ ਨਾਂ ਤੇ ਵੋਟ ਨਹੀਂ ਸੀ ਮੰਗੀ। ਪਰ ਹੁਣ ਜਿਹੜੀ ਅੱਜ ਦੇ ਸੰਦਰਭ ਦੇ ਵਿੱਚ ਜਿਹੜੀ ਗੱਲ ਚੱਲਦੀ ਪਈ ਆ, ਉਹ ਗੱਲ ਜਿਸ ਵੇਲੇ ਇੱਕ ਪਾਰਟੀ ਵੱਲੋਂ ਇਹ ਗੱਲ ਆਈ ਕਿ ਪੰਜਾਬ ਤੇ ਸਿੱਖ ਸਟੇਟ ਹੈ ਤੇ ਇੱਥੇ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ, ਉੱਥੋਂ ਇਹ ਗੱਲ ਜਿਹੜੀ ਹੈ ਦੁਬਾਰਾ ਤੋਂ ਭੱਕ ਗਈ। ਜਿਹੜੀ ਗੱਲ ਅੰਦਰ ਛਿਪੀ ਹੋਈ ਸੀ ਉਹ ਗੱਲ ਬਿਲਕੁਲ ਸਾਹਮਣੇ ਆ ਗਈ। ਇਹ ਗੱਲ ਭੱਕ ਗਈ ਕਿ ਪੰਜਾਬ ਸਿੱਖ ਸਟੇਟ ਹੈ ਤੇ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ, ਨਾਨ ਸਿੱਖ ਮੁੱਖ ਮੰਤਰੀ ਕਿਉਂ ਨਹੀਂ ਹੋਣਾ ਚਾਹੀਦਾ। ਇੱਥੇ ਇਹ ਡਿਬੇਟ ਚੱਲਦੀ ਰਹੀ, ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਇਸ ਗੱਲ ਨੂੰ, ਇਸ ਸਾਰੀ ਗੇਮ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਇਹ ਜਿਹੜਾ ਸਿਆਸਤ ਦੇ ਵਿੱਚ ਹਿੰਦੂ ਸਿੱਖ ਦਾ ਜਿਹੜਾ ਓਪਨ ਜਿਹੜਾ ਇਹਨਾਂ ਨੇ ਪਲੇ ਸ਼ੁਰੂ ਕਰ ਦਿੱਤਾ ਹੈ, ਉਹ ਪੰਜਾਬ ਵਾਸਤੇ ਤੇ ਬਹੁਤ ਮੰਦਭਾਗਾ ਹੈ। ਮੈਂ ਇਸ ਗੱਲ ਨੂੰ, ਮੈਨੂੰ ਜਦੋਂ ਵੀ ਇਹ ਗੱਲ ਆਉਂਦੀ ਹੈ ਕਿ ਹਿੰਦੂ ਵੋਟ ਇੰਨਾ, ਸਿੱਖ ਵੋਟ ਇੰਨਾ, ਫਲਾਮ ਵੋਟ ਇੰਨਾ, ਫਲਾਮ ਵੋਟ ਇੰਨਾ, ਜਿਸ ਲਈ ਗੱਲ ਕਰਦੇ ਨੇ, ਉਸ ਲਈ ਮੈਨੂੰ ਅੰਦਰੋਂ ਦਿਲੋਂ ਤਕਲੀਫ ਹੁੰਦੀ ਹੈ ਕਿ ਇਹ ਹਿੰਦੂ ਸਿੱਖ ਦੀ ਗੱਲ, ਜਿਸ ਹਿੰਦੂ ਸਿੱਖ ਜਾਂ ਮੁਸਲਮਾਨ ਦੀ ਜਿਹੜੀ ਗੱਲ ਕਰਦੇ ਨੇ,
ਉਸ ਵੇਲੇ ਇਹ ਜਿਹੜੀ ਹੈ ਕਿ ਨਹੀਂ, ਇਹ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਫਿਰ ਇੱਕ ਵਾਰੀ ਡਿਵਾਈਡ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਨੇ। ਜੀ ਬਿਲਕੁਲ ਠੀਕ ਹੈ। ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਡੇ ਕੋਲ ਨੇ। ਪ੍ਰੋਫੈਸਰ ਸਾਹਿਬ, ਇਹ ਜਿਵੇਂ ਉਹਨਾਂ ਨੇ ਇਸ਼ਾਰਾ ਦੇ ਦਿੱਤਾ ਕਿ ਵਰਤਾਰਾ ਉਦੋਂ ਸ਼ੁਰੂ ਹੁੰਦਾ ਜਦੋਂ ਮੁੱਖ ਮੰਤਰੀ ਦੀ ਦੌੜ 'ਚ ਸੁਨੀਲ ਜਾਖੜ ਨੂੰ ਅੰਬਿਕਾ ਸੋਨੀ ਇਹ ਕਹਿ ਕੇ ਪਿੱਛੇ ਧੱਕ ਦਿੰਦੇ ਆ ਕਿ ਇੱਥੇ ਸਿੱਖ ਜਿਹੜਾ ਉਚੇਰਾ ਮੁੱਖ ਮੰਤਰੀ ਬਣਨਾ ਚਾਹੀਦਾ, ਪੰਜਾਬ ਇੱਕ ਸਿੱਖ ਬਹੁਲਤਾ ਵਾਲੀ ਸਟੇਟ ਹੈ। ਹੋ ਸਕਦਾ ਉਹਨਾਂ ਦਾ ਲੌਜਿਕ ਆਪਣੀ ਜਗ੍ਹਾ ਠੀਕ ਹੋਵੇ ਜਾਂ ਕਾਂਗਰਸ ਪਾਰਟੀ ਦੇ ਨਜ਼ਰੀਏ, ਪਰ ਇਹਦੇ ਨਾਲ ਇੱਕ ਬਹਿਸ ਛਿੜ ਗਈ ਹੈ। ਇਹਨੂੰ ਗਜਿੰਦਰ ਸਿੰਘ ਸ਼ੇਖਾਵਤ ਔਰ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਆਗੂ ਵੀ ਅੱਗੇ ਵਧਾਉਂਦੇ ਆ, ਇਹਨੂੰ ਕੈਪਟਨ ਅਮਰਿੰਦਰ ਸਿੰਘ ਵੀ ਵਧਾਉਂਦੇ ਆ, ਔਰ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਸਮੇਤ ਸਾਰਿਆਂ ਦਾ ਬਿਆਨ ਆਉਂਦਾ ਕਿ ਹਿੰਦੂ ਸਮਝ ਕੇ ਕਿਸੇ ਨੂੰ ਪਿੱਛੇ ਕਰਨਾ ਜਾਇਜ਼ ਨਹੀਂ, ਕਾਬਲੀਅਤ ਹੋਣੀ ਚਾਹੀਦੀ ਆ। ਲੇਕਿਨ ਮੈਂ ਇਹੀ ਸਵਾਲ ਤੁਹਾਡੇ ਤੋਂ ਕਰਨਾ ਚਾਹੁੰਦਾ ਹੈ ਕਿ ਕੀ ਸੱਚਮੁੱਚ ਜਦੋਂ ਅਕਾਲੀ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੇ ਆ ਉਹ ਸਿੱਖ ਵੋਟ ਤੇ ਨਜ਼ਰ ਰੱਖਦੇ ਆ, ਔਰ ਭਾਰਤੀ ਜਨਤਾ ਪਾਰਟੀ ਹਿੰਦੂ ਸ਼ਹਿਰੀ ਵੋਟ ਤੇ ਨਜ਼ਰ ਰੱਖਦੀ ਆ, ਔਰ ਦਲਿਤਾਂ ਦੇ ਉੱਤੇ ਕਾਂਗਰਸ ਆਪਣਾ ਹੱਕ ਜਮਾ ਕੇ ਬੈਠੀ ਆ। ਇਸ ਵੇਲੇ ਲੋਕ ਕੀ ਸੋਚਦੇ ਆ? ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਟ੍ਰੈਂਡ ਸੈੱਟ ਹੋ ਸਕਦੇ ਆ? ਕੋਈ ਨਵੀਂ ਤਰ੍ਹਾਂ ਦੀ ਰਾਜਨੀਤੀ ਪਹਿਲੀ ਵਾਰੀ ਪੇਸ਼ ਹੋ ਸਕਦੀ ਹੈ? ਕਿਉਂਕਿ ਹੁਣ ਤੱਕ ਦਾ ਇਤਿਹਾਸ ਤਾਂ ਇਸ ਤਰ੍ਹਾਂ ਦਾ ਹੈ ਨਹੀਂ, ਔਰ ਨਾ ਕੋਈ ਇਸ ਤਰ੍ਹਾਂ ਬਹੁਤੀ ਵਾਰੀ ਪੇਸ਼ ਹੋਏ ਆ ਲੋਕ। ਲੇਕਿਨ ਜੇਕਰ ਇਸ ਵਾਰੀ ਇਸੇ ਤਰ੍ਹਾਂ ਪੇਸ਼ ਹੋਇਆ ਜਾ ਰਿਹਾ ਤਾਂ ਲੋਕ ਪ੍ਰਵਾਨਗੀ ਦੇਣਗੇ? ਰੰਧਾਵਾ ਸਾਹਿਬ, ਦੇਖੋ, ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਿਹੜਾ ਰਿਲੀਜਨ ਦਾ ਰੋਲ ਹੈ ਇਹਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ। ਵੈਸੇ ਜਿਹੜਾ ਰਿਲੀਜਨ ਦਾ ਰੋਲ ਹੈ ਉਹ ਅਲੱਗ-ਅਲੱਗ ਸਿਚੁਏਸ਼ਨਸ ਦੇ ਵਿੱਚ ਅਲੱਗ-ਅਲੱਗ ਹੁੰਦਾ ਹੈ। ਇਲੈਕਸ਼ਨਸ ਦੇ ਵਿੱਚ ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ, ਜਦ ਐਕਸਟ੍ਰੀਮ ਵੇਵ ਹੁੰਦੀ ਹੈ ਕਿਸੇ ਪੋਲੀਟੀਕਲ ਪਾਰਟੀ ਦੀ, ਜੀ, ਜਦ ਤੱਕ ਕੋਈ ਰਿਲੀਜਨ, ਕੋਈ ਕਾਸਟ, ਕੋਈ ਸੋਸ਼ਲ ਫੈਕਟਰ ਕੰਮ ਨਹੀਂ ਕਰਦਾ, ਉਹ ਜਿਹੜੀ ਅੰਦੋਲਨ ਹੁੰਦਾ ਉਹਦੇ ਹਿਸਾਬ ਨਾਲ ਚੱਲਦੀ ਹੈ। ਜਿਵੇਂ ਆਪਾਂ 1977 ਦੀ ਗੱਲ ਲੈ ਲਈਏ ਜਾਂ ਹੋਰ ਕਈ ਤਰ੍ਹਾਂ ਦੀਆਂ ਜਦ ਐਕਸਟ੍ਰੀਮ ਵੇਵਸ ਹੁੰਦੀਆਂ ਗਿਆ, ਉਹਦੇ ਵਿੱਚ ਰਿਲੀਜਨ ਦਾ ਇੰਨਾ ਰੋਲ ਨਹੀਂ ਹੁੰਦਾ, ਇਹ ਸਮਾਜਿਕ ਕਾਰਕਾਂ ਦਾ ਇੰਨਾ ਰੋਲ ਨਹੀਂ ਹੁੰਦਾ। ਪਰ ਕਈ ਐਸੀਆਂ ਵੀ ਸਿਚੁਏਸ਼ਨਸ ਹੈਗੀਆਂ। ਸਾਡੇ ਇੱਕ ਸਕਾਲਰ ਹੋਏ ਹੈਗੇ, ਫੋਰਨ ਸਕਾਲਰ, ਡਾਕਟਰ ਸਾਹਿਬ ਜਾਣਦੇ ਹੋਣਗੇ ਉਹਨਾਂ ਦੀ ਕਿਤਾਬ ਦੇ ਬਾਰੇ, ਉਹ ਹੈ ਲੈਂਗੁਏਜ, ਰਿਲੀਜਨ ਐਂਡ ਪੋਲਿਟਿਕਸ ਇਨ ਨਾਰਥ ਇੰਡੀਆ। ਪੌਲ ਆਰ ਬਰਾਸ ਦੀ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਾਰਥ ਇੰਡੀਆ ਦੇ ਜਿੰਨੇ ਰੀਜਨਸ ਹੈਗੇ ਉਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਧਰੇ ਰਿਲੀਜਨ ਦਾ ਰੋਲ ਹੈ ਤਾਂ ਉੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਜੇ ਆਪਾਂ ਹੁਣ ਇਹਨੂੰ ਮੂਵਮੈਂਟਸ ਦੇ ਨਾਲ ਜੋੜ ਕੇ ਦੇਖੀਏ, ਚਾਹੇ ਸਰਫੇਸ ਲੈਵਲ ਤੇ ਤਾਂ ਕੋਈ ਰਿਲੀਜਨ ਦੀ ਨਹੀਂ ਗੱਲ ਕਰਦਾ, ਜਿਵੇਂ ਡਾਕਟਰ ਸਾਹਿਬ ਨੇ ਠੀਕ ਕਿਹਾ ਹੈ ਕਿ ਪੰਜਾਬੀ ਦੇ ਨਾਮ ਤੇ ਗੱਲਾਂ ਹੁੰਦੀਆਂ ਨੇ ਜਾਂ ਪੰਜਾਬੀਅਤ ਦੇ ਨਾਮ ਤੇ ਗੱਲਾਂ ਹੁੰਦੀਆਂ ਨੇ, ਲੇਕਿਨ ਜਿਹੜਾ ਅੰਡਰ ਕਰੰਟ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਹਮੇਸ਼ਾ ਹੀ ਰਿਲੀਜਨ ਦਾ ਰਿਹਾ। ਚਾਹੇ ਅਸੀਂ ਪੰਜਾਬੀ ਸੂਬਾ ਮੂਵਮੈਂਟ ਦੀ ਗੱਲ ਕਰੀਏ, ਕਿਉਂਕਿ ਜਦ ਅਕਾਲੀ ਦਲ ਪੰਜਾਬੀ ਸੂਬਾ ਦੀ ਮੂਵਮੈਂਟ ਚਲਾ ਰਿਹਾ ਸੀ ਤਾਂ ਵੈਸੇ ਤਾਂ ਉਹ ਇਹ ਕਹਿੰਦੇ ਸੀ ਕਿ ਅਸੀਂ ਭਾਸ਼ਾ ਦੇ ਆਧਾਰ ਤੇ ਮੰਗਦੇ ਹਾਂ ਕਿ ਇੱਕ ਪੰਜਾਬੀ ਬੋਲਣ ਵਾਲਾ ਖਿੱਤਾ ਜਿਹੜਾ ਹੈ ਅਲੱਗ ਹੋਣਾ ਚਾਹੀਦਾ ਹੈ। ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਵਿੱਚ ਅੰਡਰ ਕਰੰਟ ਜਿਹੜਾ ਹੈ ਰਿਲੀਜਨ ਹੀ ਸੀ, ਸਿੱਖ ਰਿਲੀਜਨ। ਔਰ ਕਈ ਵਾਰੀ ਮਾਸਟਰ ਤਾਰਾ ਸਿੰਘ ਨੇ ਤਾਂ ਇਹ ਗੱਲ ਕਹੀ ਵੀ, ਜਦ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਦੀ ਰਿਪੋਰਟ ਆਈ 1955 ਦੇ ਵਿੱਚ, ਤਾਂ ਮਾਸਟਰ ਤਾਰਾ ਸਿੰਘ ਨੇ ਬੁਰੀ ਤਰ੍ਹਾਂ ਰਿਐਕਟ ਕੀਤਾ ਕਿ ਇਟ ਇਜ਼ ਅ ਡਿਕਰੀ ਆਫ ਸਿੱਖ ਇਨਹੈਲੀਏਸ਼ਨ, ਕਿ ਇਹ ਸਿੱਖਾਂ ਨੂੰ ਖਤਮ ਕਰਨ ਵਾਲੀ ਹੈ। ਕਿ ਜਦ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਸੂਬਿਆਂ ਦੀ ਗੱਲ ਮੰਨ ਲਈ, ਪੰਜਾਬ ਦੇ ਵਿੱਚ ਇਸ ਗੱਲ ਕਰਕੇ ਨਹੀਂ ਮੰਨੀ ਕਿਉਂਕਿ ਇੱਥੇ ਸਿੱਖ ਮੈਜੋਰਿਟੀ ਦੇ ਵਿੱਚ ਹੈਗੇ। ਜੇ ਸਿੱਖ ਮੈਜੋਰਿਟੀ ਦੇ ਵਿੱਚ ਨਾ ਹੁੰਦੇ ਤਾਂ ਗੱਲ ਮੰਨੀ ਜਾਣੀ ਸੀ। ਉਹਨੇ ਕਿਹਾ ਜੇ ਬਾਕੀ ਸੂਬਿਆਂ ਦੇ ਵਿੱਚ ਸੂਬੇ ਨਹੀਂ ਬਣਦੇ ਸਟੇਟਾਂ ਦੇ ਵਿੱਚ ਤਾਂ ਉਹਨਾਂ ਦਾ ਕਲਚਰ ਖਤਰੇ ਦੇ ਵਿੱਚ ਹੋ ਸਕਦਾ ਹੈ, ਉਹਨਾਂ ਦੀ ਭਾਸ਼ਾ ਖਤਰੇ ਦੇ ਵਿੱਚ ਹੋ ਸਕਦੀ ਹੈ, ਪਰ ਸਾਡਾ ਤਾਂ ਬੇਸਿਕ ਰਿਲੀਜਨ ਹੀ ਖਤਰੇ ਦੇ ਵਿੱਚ ਹੈ ਜੇ ਨਹੀਂ ਸੂਬਾ ਬਣਦਾ। ਤਾਂ ਮਤਲਬ ਕੀ ਹੈ ਕਿ ਅੰਡਰ ਕਰੰਟ ਜਿੰਨੀਆਂ ਵੀ ਮੂਵਮੈਂਟਸ ਹੈਗੀਆਂ, ਚਾਹੇ ਅਸੀਂ ਪੰਜਾਬੀ ਸੂਬੇ ਦੀ ਗੱਲ ਕਰੀਏ, ਚਾਹੇ ਅਸੀਂ ਰਾਜਾਂ ਲਈ ਵੱਧ ਅਧਿਕਾਰਾਂ ਦੀ ਗੱਲ ਕਰੀਏ, ਈਵਨ ਚਾਹੇ ਜਿਹੜਾ ਪ੍ਰੈਜ਼ੈਂਟ ਫਾਰਮਰਸ ਮੂਵਮੈਂਟ ਹੈ ਇਹਦੀ ਵੀ ਜੇ ਗੱਲ ਕਰੀਏ, ਚਾਹੇ ਇਹ ਆਲ ਇੰਡੀਆ ਇੱਕ ਮੂਵਮੈਂਟ ਸੀ, ਇਹਦੇ ਚ ਸਾਰੇ ਧਰਮਾਂ ਦੇ ਲੋਕ, ਸਾਰੀਆਂ ਸਟੇਟਾਂ ਦੇ ਲੋਕ, ਲੇਕਿਨ ਜਿਹੜੀ ਪ੍ਰੀਡੋਮੀਨੈਂਸ ਸੀ ਇਹਦੇ ਵਿੱਚ ਪੰਜਾਬੀ ਫਾਰਮਰਸ ਦੀ ਸੀ। ਔਰ ਉੱਥੇ ਕੀ ਗੱਲ ਜ਼ਿਆਦਾ ਕਾਊਂਟ ਕਰ ਰਹੀ ਸੀ? ਅੰਡਰ ਕਰੰਟ ਜਿਹੜਾ ਹੈਗਾ ਉਹ ਸਿੱਖ ਜਿਹੜੇ ਰਿਲੀਜਨ ਦੀ ਅੰਡਰ ਕਰੰਟ ਇੱਕ ਸਪਿਰਿਟ ਕੰਮ ਕਰ ਰਹੀ ਸੀ। ਤਾਂ ਜਦ ਅਸੀਂ ਇਲੈਕਸ਼ਨਸ ਦੀ ਗੱਲ ਕਰਦੇ ਹਾਂ
ਕਈ ਇਲੈਕਸ਼ਨਸ ਜਿਹੜੀਆਂ ਹੈਗੀਆਂ ਸੀ, ਜਦ ਮੈਂ ਗੱਲ ਕਰਦਾ ਕਿ ਸਿਚੁਏਸ਼ਨ ਟੂ ਸਿਚੁਏਸ਼ਨ ਰਿਲੀਜਨ ਦਾ ਰੋਲ ਡਿਪੈਂਡ ਕਰਦਾ ਹੈ। ਕਈ ਵਾਰੀ ਰਿਲੀਜਨ ਦਾ ਰੋਲ ਨਹੀਂ ਹੁੰਦਾ ਔਰ ਕਈ ਵਾਰੀ ਸਾਫ਼ ਤੌਰ ਤੇ ਲੱਗਦਾ ਹੈ ਕਿ ਰਿਲੀਜਨ ਦਾ ਰੋਲ ਹੈ। ਜਿਵੇਂ ਅਸੀਂ ਜਿਹੜਾ ਮਿਲੀਟੈਂਟ ਮੂਵਮੈਂਟ ਦੇ ਸਮੇਂ ਦੀ ਗੱਲ ਕਰੀਏ, ਮਿਲੀਟੈਂਟ ਸਮੇਂ ਦੇ ਵਿੱਚ 1999 ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਲੋਕ ਸਭਾ ਇਲੈਕਸ਼ਨਸ ਹੋਈਆਂ ਸੀ। ਉਹਨਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਤਕਰੀਬਨ majority ਕੀ ਬਹੁਤ ਓਵਰਵੈਲਮਿੰਗ majority ਸੀਟਾਂ ਆਈਆਂ ਸੀ। ਔਰ ਉੱਥੇ ਕਿਸ ਚੀਜ਼ ਨੇ ਫੈਕਟਰ ਨੇ ਕੰਮ ਕੀਤਾ? ਰਿਲੀਜਨ ਨੇ, ਕਿਉਂਕਿ ਬਾਕੀ ਰਿਲੀਜਨਸ ਵਾਲੇ ਤਾਂ ਉਹਦੇ ਖਿਲਾਫ ਉਹ ਸਮਝਦੇ ਸੀ ਕਿ ਸਾਨੂੰ ਤਾਂ ਇਹ ਥ੍ਰੈਟ ਹੈ, ਜਿਸ ਤਰ੍ਹਾਂ ਦਾ ਇਹਨੇ ਪੋਸਚਰ ਲਿੱਤਾ ਹੋਇਆ। ਉੱਥੇ ਰਿਲੀਜਨ ਨੇ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਉਹਨਾਂ ਜਿਹੜੀਆਂ ਇਲੈਕਸ਼ਨਸ ਹੈਗੀਆਂ। ਤਾਂ ਇਹ ਨਹੀਂ ਕਹਿ ਸਕਦੇ ਕਿ ਇਸ ਤੋਂ ਇਲਾਵਾ ਆਮ ਤੌਰ ਤੇ ਤੁਸੀਂ ਪਿੰਡਾਂ ਦੇ ਵਿੱਚ ਚਲੇ ਜਾਓ, ਮੈਂ ਵੀ ਜਾਂਦਾ ਰਿਹਾ। ਮੈਂ ਇੱਕ ਵਾਰੀ, ਸਾਡੇ ਇੱਕ ਦੋਸਤ ਹੈਗੇ, ਉਹ ਵੀ ਜਰਨਲਿਸਟ ਹੈਗੇ, ਤੇ ਅਸੀਂ ਉੱਥੇ ਕੰਪੇਨ ਦੇ ਵਿੱਚ ਅਸੀਂ ਵੀ ਤੁਰ ਫਿਰ ਰਹੇ ਸੀ ਕਿਸੇ ਖਾਸ ਕੈਂਡੀਡੇਟ ਦੇ ਹੱਕ ਦੇ ਵਿੱਚ। ਮੈਂ ਉਹਨਾਂ ਦੀ ਮਾਤਾ ਜੀ ਤੋਂ ਪੁੱਛਿਆ ਕਿ ਮਾਤਾ ਜੀ ਤੁਸੀਂ ਕਿੱਥੇ ਵੋਟ ਪਾਓਗੇ? ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਕਿਸੇ ਪਾਰਟੀ ਦਾ ਨਾਮ ਨਹੀਂ ਲਿਆ। ਉਹ ਕਹਿੰਦੇ ਪੁੱਤ ਮੈਂ ਤਾਂ ਪੰਥ ਨੂੰ ਵੋਟ ਪਾਣੀ ਹੈ ਜੀ। ਤਾਂ ਜਦ ਅਸੀਂ ਇਹ ਕਹਿੰਦੇ ਆ ਕਿ ਪੰਥ ਨੂੰ ਵੋਟ ਪਾਣੀ ਹੈ, ਤਾਂ ਕੀ ਇਹ ਰਿਲੀਜਨ ਦਾ ਰੋਲ ਨਹੀਂ ਹੈ ਇਲੈਕਸ਼ਨ ਦੇ ਵਿੱਚ? ਈਵਨ ਮੈਂ ਤੁਹਾਨੂੰ ਐਸੀਆਂ ਇੰਸਟੈਂਸਿਸ ਦਿੰਨਾ ਜਿੱਥੇ ਦੇਖਣ ਨੂੰ ਬਹੁਤ ਸੈਕੂਲਰ ਸਪਿਰਿਟ ਪ੍ਰੀਵੇਲ ਕਰਦੀ ਹੈ, ਪਰ ਇਲੈਕਸ਼ਨਸ ਦੇ ਵਿੱਚ ਉੱਥੇ ਰਿਲੀਜਨ ਦਾ ਬੜਾ ਇੰਪੋਰਟੈਂਟ ਰੋਲ ਹੈ। ਮੈਂ ਤੁਹਾਨੂੰ ਇੱਕ ਸਪੈਸੀਫਿਕ ਐਗਜ਼ਾਮਪਲ ਦਿੰਨਾ ਕਿ 2002 ਦੀਆਂ ਵਿਧਾਨ ਸਭਾ ਇਲੈਕਸ਼ਨਸ ਹੋਈਆਂ। ਆਮ ਤੌਰ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਲੇਰਕੋਟਲਾ ਇੱਕ ਐਸੀ ਕੌਂਸਟੀਚੁਐਂਸੀ ਹੈ ਜਿਹੜੀ ਮੁਸਲਿਮ ਪਾਪੂਲੇਸ਼ਨ ਵਾਲੀ ਮੈਜੋਰਿਟੀ ਹੈ। ਚਾਹੇ ਇਹ ਵੱਖਰੀ ਗੱਲ ਹੈ ਕਿ ਉੱਥੇ ਵੀ ਮੁਸਲਿਮ ਮੈਜੋਰਿਟੀ ਨਹੀਂ ਹੈ। ਮੁਸਲਿਮ ਜਿਹੜੇ 47-48% ਹੈਗੇ, 52% ਦੂਸਰੀਆਂ ਕਮਿਊਨਿਟੀਜ਼ ਹੈਗੀਆਂ, ਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਉੱਥੇ ਮੁਸਲਿਮ ਕੈਂਡੀਡੇਟ ਫੀਲਡ ਕਰਦੀਆਂ ਹੈਗੀਆਂ ਤਾਂ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲ ਸਕੇ। 2002 ਦੀਆਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕੀ ਹੋਇਆ ਕਿ ਉੱਥੋਂ ਇੱਕ ਸਿੱਖ ਜੈਂਟਲਮੈਨ ਅਜੀਤ ਸਿੰਘ, ਉਹ ਇੰਡੀਪੈਂਡੈਂਟ ਦੇ ਤੌਰ ਤੇ ਖੜਾ ਹੋ ਗਿਆ ਔਰ ਉਹਨੂੰ ਕਾਫੀ ਨਾਨ ਮੁਸਲਿਮ ਵੋਟਾਂ ਮਿਲਣ ਦੀ ਆਸ ਸੀ। ਇਹ ਲੱਗਦਾ ਸੀ ਕਿ ਜਿੱਤ ਹੀ ਜਾਏਗਾ। ਤਾਂ ਲਾਸਟ ਸਟੇਜ ਤੇ ਕੀ ਹੋਇਆ ਕਿ ਸਾਰੇ ਕੈਂਡੀਡੇਟਸ ਨੇ ਵੀ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਕਾਂਗਰਸ ਦਾ ਕੈਂਡੀਡੇਟ ਤੁਸੀਂ ਜਿੱਤ ਰਹੇ ਹੋ ਉਹਨੂੰ ਹੀ ਵੋਟ ਪਾ ਦਿਓ, ਸਾਨੂੰ ਨਾ ਪਾਓ। ਤਾਂ ਰਿਜ਼ਲਟ ਕੀ ਹੋਇਆ ਕਿ ਸਿਰਫ 236 ਵੋਟਾਂ ਤੇ ਉਸ ਟਾਈਮ ਮੈਡਮ ਰਜ਼ੀਆ ਸੁਲਤਾਨਾ ਜਿੱਤੀ ਸੀ। ਅਦਰਵਾਈਜ਼ ਜੇ ਕਿਧਰੇ ਇਹ ਸਾਰਾ ਯੂਨਾਈਟ ਨਾ ਹੁੰਦਾ ਕੰਮ ਤੇ ਅਜੀਤ ਸਿੰਘ ਨੇ ਉੱਥੋਂ ਜਿੱਤ ਜਾਣਾ ਸੀ। ਤਾਂ ਇਹ ਕਹਿਣਾ ਕਿ ਰਿਲੀਜਨ ਦਾ ਰੋਲ ਨਹੀਂ ਹੈ, ਪੰਜਾਬ ਦੀਆਂ ਜਿੰਨੀਆਂ ਮੂਵਮੈਂਟਸ ਹੈਗੀਆਂ, ਚਾਹੇ ਧਰਮ ਯੁੱਧ ਮੋਰਚਾ ਹੋਵੇ, ਚਾਹੇ ਪੰਜਾਬੀ ਸੂਬਾ ਹੋਵੇ, ਚਾਹੇ ਕਿਸੇ ਕਿਸਮ ਦੀ ਮੂਵਮੈਂਟ ਹੋਵੇ, ਉਹਦੇ ਵਿੱਚ ਅੰਡਰ ਕਰੰਟ ਰਿਲੀਜਨ ਰਹਿੰਦਾ ਹੀ ਰਹਿੰਦਾ ਜੀ। ਤੇ ਇਹ ਠੀਕ ਹੈ ਕਿ ਇੱਥੇ ਦੀਆਂ ਸੈਕੂਲਰ ਟ੍ਰੈਡੀਸ਼ਨਸ ਵੀ ਬੜੀਆਂ ਸਟਰੋਂਗ ਹੈਗੀਆਂ, ਕਿਉਂਕਿ ਵੈਸੇ ਤਾਂ ਡਾਕਟਰ ਹਰੀਸ਼ ਨੇ ਕਿਹਾ ਕਿ ਮੈਨੂੰ ਬੜੀ ਤਕਲੀਫ ਹੁੰਦੀ ਹੈ ਜਾਂ ਰਿਲੀਜਨ ਵਾਈਜ਼, ਪਰ ਰਿਲੀਜਨ ਵਾਈਜ਼ ਡਾਟਾ ਕਈ ਜਗ੍ਹਾ ਤੋਂ ਈਵਨ ਜੇ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਪੰਜਾਬ ਦਾ ਕਲਚਰ ਸੈਕੂਲਰ ਹੈ, ਉਹਦੇ ਵਾਸਤੇ ਵੀ ਤੁਹਾਡੇ ਕੋਲ ਰਿਲੀਜੀਅਸ ਡਾਟਾ ਚਾਹੀਦਾ ਹੈ। ਮੈਂ ਤੁਹਾਨੂੰ ਕਈ ਐਸੀਆਂ ਕੌਂਸਟੀਚੁਐਂਸੀਜ਼ ਦੱਸਦਾ ਜਿਹੜੀਆਂ ਹਿੰਦੂ ਮੈਜੋਰਿਟੀ ਕੌਂਸਟੀਚੁਐਂਸੀਜ਼ ਹੈਗੀਆਂ, ਪਰ ਇਹ ਬੜੀ ਅੱਛੀ ਗੱਲ ਹੈ ਕਿ ਉੱਥੋਂ ਕਦੇ ਵੀ ਹਿੰਦੂ ਕੈਂਡੀਡੇਟ ਨਹੀਂ ਜਿੱਤਿਆ, ਬਲਕਿ ਸਿੱਖ ਕੈਂਡੀਡੇਟ ਜਿੱਤਦੇ ਰਹਿਣ। ਕਿਉਂਕਿ ਉੱਥੇ ਇਹ ਡਿਪੈਂਡ ਕਰਦਾ ਕਿ ਕਿਹੜਾ ਬੰਦਾ ਇਸ ਏਰੀਏ ਦੇ ਕੰਮ ਕਰ ਸਕਦਾ ਹੈ, ਕਿਹਦਾ ਸਰਕਾਰ ਦੇ ਵਿੱਚ ਪ੍ਰਭਾਵ ਹੋਏਗਾ। ਤਾਂ ਇਹ ਠੀਕ ਹੈ, ਰਲਵੀਂ ਮਿਲਵੀਂ ਗੱਲ ਹੁੰਦੀ ਹੈ। ਪੰਜਾਬ ਦੇ ਵਿੱਚ ਕਈ ਸਿਚੁਏਸ਼ਨ ਦੇ ਵਿੱਚ ਰਿਲੀਜਨ ਬੜਾ ਡੋਮੀਨੈਂਟ ਰੋਲ ਪਲੇ ਕਰ ਜਾਂਦਾ ਹੈ, ਕਈ ਸਿਚੁਏਸ਼ਨਸ ਦੇ ਵਿੱਚ ਇੰਨਾ ਰੋਲ ਨਹੀਂ ਹੁੰਦਾ, ਜਾਂ ਜਿੰਨੀਆਂ ਮੂਵਮੈਂਟਸ ਹੈਗੀਆਂ ਉਹਦੇ ਵਿੱਚ ਅੰਡਰ ਕਰੰਟ ਸਿੱਖ ਰਿਲੀਜਨ ਹੁੰਦਾ ਹੈ। ਈਵਨ ਆਪਾਂ ਕੋਈ ਵੀ ਗੱਲ ਕਰੀਏ ਪੰਜਾਬ ਦੇ ਵਿੱਚ, ਚਾਹੇ ਲੈਂਗੁਏਜ ਦੀ ਗੱਲ ਵੀ ਕਰੀਏ, ਕਿਸਮ ਦੀ ਗੱਲ ਕਰੀਏ, ਉਹਦੇ ਚ ਅੰਡਰ ਕਰੰਟ ਜਿਹੜਾ ਹੈ
ਉਹ ਰਿਲੀਜਨ ਹਮੇਸ਼ਾ ਪ੍ਰੀਵੇਲ ਕਰਦਾ ਹੈ ਔਰ ਇਲੈਕਸ਼ਨਸ ਦੇ ਵਿੱਚ ਇਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਇਲੈਕਸ਼ਨਸ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਹੈ ਰਿਲੀਜਨ ਦਾ। ਇਸੇ ਕਰਕੇ ਤੁਸੀਂ ਦੇਖ ਲਓ ਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਦੀ ਕਨਸਟੀਚੁਐਂਸੀ ਦੀ ਕੰਪੋਜੀਸ਼ਨ ਹੁੰਦੀ ਹੈ ਉਸੇ ਤਰ੍ਹਾਂ ਦੇ ਕੈਂਡੀਡੇਟ ਫੀਲਡ ਕੀਤੇ ਜਾਂਦੇ ਨੇ। ਤੇ ਸਾਡੇ ਤਾਂ ਪੋਲੀਟੀਕਲ ਪਾਰਟੀਆਂ ਵੀ ਰਿਲੀਜਨ ਦੇ ਆਧਾਰ ਤੇ ਬਣੀਆਂ ਹੋਈਆਂ ਨੇ। ਜੀ 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 ਜਦ ਪੋਲੀਟੀਕਲ ਪਾਰਟੀਆਂ ਦੀ ਫਾਰਮੇਸ਼ਨ ਹੀ ਰਿਲੀਜਨ ਦੇ ਆਧਾਰ ਤੇ ਹੈ ਤੇ ਤੁਸੀਂ ਕਹੋਗੇ ਕਿ ਇਲੈਕਸ਼ਨਾਂ ਦੇ ਵਿੱਚ ਰਿਲੀਜਨ ਦਾ ਰੋਲ ਨਹੀਂ, ਇਹ ਕਿਵੇਂ ਹੋ ਸਕਦਾ ਹੈ? ਠੀਕ ਗੱਲ ਹੈ, ਠੀਕ ਗੱਲ ਹੈ। ਸਾਡੇ ਕਾਸਟ ਦੇ ਆਧਾਰ ਤੇ ਪੋਲੀਟੀਕਲ ਪਾਰਟੀਆਂ ਬਣੀਆਂ ਹੋਈਆਂ ਨੇ, ਰਿਲੀਜਨ ਦੇ ਆਧਾਰ ਤੇ ਬਣੀਆਂ ਹੋਈਆਂ ਨੇ। ਈਵਨ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਰਿਲੀਜਨ ਦੇ ਨਾਮ ਤੇ ਨਹੀਂ ਆ, ਜਾਂ ਹੁਣ ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਪਹਿਲਾਂ ਪੰਥਕ ਪਾਰਟੀ ਸੀ ਲੀਗਲੀ ਵੀ ਤੇ ਪ੍ਰੈਕਟੀਕਲੀ ਵੀ। ਹੁਣ ਉਹਨਾਂ ਨੇ ਲੀਗਲੀ ਕਰੈਕਟ ਕਰ ਲਿਆ ਸਿਰਫ ਇਲੈਕਸ਼ਨ ਕਮਿਸ਼ਨ ਦੀ ਰਿਕੁਆਇਰਮੈਂਟ ਨੂੰ ਜਿਹੜਾ ਹੈ ਮੀਟ ਕਰਨ ਵਾਸਤੇ, ਪਰ ਪ੍ਰੈਕਟੀਕਲੀ ਤਾਂ ਉਹ ਹਜੇ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਨੇ। ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਵੱਲ ਮੁੜਦਾ, ਤੁਸੀਂ ਬੜੀ ਟਿਕਾਣੇ ਗੱਲ ਲੈਂਦੀ ਕਿਉਂਕਿ ਤੁਸੀਂ ਆਧਾਰ ਹੀ ਸਾਰਾ ਬਣਾਤਾ ਹੈ। ਹੁਣ ਜਾਣਾ ਮੈਂ ਪ੍ਰੋਫੈਸਰ ਬਲਕਾਰ ਸਿੰਘ ਵੱਲ। ਇਹਨਾਂ ਦੀ ਦਿੱਖ ਤੁਸੀਂ ਦੇਖੋਗੇ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਉਸੇ ਰੰਗ ਚ ਰੰਗੇ ਹੋਏ ਆ। ਇਹ ਮੁਕੰਮਲ ਸਿੱਖ ਵਾਂਗ ਹੀ ਅੱਗੇ ਵਧਾ ਸਕਦੇ ਇਹਨਾਂ ਨੂੰ ਅਸੀਂ। ਹੁਣ ਮੈਨੂੰ ਪ੍ਰੋਫੈਸਰ ਸਾਹਿਬ ਇਹ ਦੱਸੋ ਵੀ ਇੰਨੀ ਮੋਟੀ ਮਲਾਈ ਉਹ ਚਾਹ ਦੇ ਉੱਤੇ ਕਿ ਦੁੱਧ ਦੇ ਉੱਤੇ ਆ? ਇਹ ਵੱਖਰੀ ਗੱਲ ਆ। ਮਤਲਬ ਹੁਣ ਤੁਹਾਡੀ ਤਾਂ ਜਿਹੜੀ ਆ ਚਾਹ ਤੇ ਮਲਾਈ ਆ ਗਈ, ਦੁੱਧ ਤੇ ਆਉਂਦੀ ਨਹੀਂ ਚਾਹ ਦੇ ਉੱਤੇ ਵੀ ਮਲਾਈ ਮਲੂਈ ਮਾੜੀ ਮੋਟੀ ਆ ਜਾਂਦੀ ਰੰਗ ਬਦਲ ਕੇ, ਪਰ ਤੁਸੀਂ ਰੰਗ ਵੀ ਅੱਜ ਉਦਾਂ ਦਾ ਹੀ ਪਾਇਆ। ਮੈਂ ਹੁਣ ਤੁਹਾਡੇ ਵੱਲ ਮੈਂ ਇਸੇ ਗੱਲ ਨੂੰ, ਇਸੇ ਸਵਾਲ ਨੂੰ ਐਜ਼ ਇਟ ਇਜ਼ ਤੁਹਾਡੇ ਕੋਲ ਲੈ ਕੇ ਜਾ ਰਿਹਾ। ਜੋ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਕਹਿ ਰਹੇ ਆ, ਇਸ ਗੱਲ ਨੂੰ ਤੁਸੀਂ ਅੱਗੇ ਕਿਵੇਂ ਵਧਾਓਗੇ? ਇਹੀ ਗੱਲ ਜਿਹੜੀ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਨੇ ਆਧਾਰਿਤ ਬਣਾਤੀ, ਆਧਾਰ ਬਣਾ ਕਾਇਮ ਕਰਤਾ। ਇਹ ਬਾਅਦ ਚ ਮੈਂ ਪ੍ਰੋਫੈਸਰ ਹਰੀਸ਼ ਸ਼ਰਮਾ ਤੋਂ ਵੀ ਇਹੀ ਪੁੱਛਣਾ ਕਿ ਇਹਨਾਂ ਨਾਲ ਸਹਿਮਤ ਹੋ ਕਿ ਨਹੀਂ, ਕੀ ਕਹਿੰਦੇ ਹੋ? ਦੇਖੋ, ਮੈਂ ਜੋ ਪ੍ਰੋਫੈਸਰ ਡਾਕਟਰ ਖਾਨ ਕਹਿ ਰਹੇ ਨੇ ਉਹਦੇ ਨਾਲ ਜਮਸ਼ੀਦ ਅਲੀ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਮੈਂ ਇਹ ਮੰਨਦਾ ਹਾਂ ਕਿ ਜਿਹੜੀ ਰਿਲੀਜਨ ਹੈ ਨਾ, ਇਹ ਸੋਰਸ ਆਫ ਲਾਈਫ ਹੈ ਭਾਰਤ ਵਿੱਚ ਹੀ ਸਾਰਿਆਂ 'ਚ। ਰਿਲੀਜਨ ਨਾਲ ਟੁੱਟ ਕੇ ਜ਼ਿੰਦਗੀ ਦੇ ਜਿਹਨੂੰ ਦੇਖਣਾ ਮੁਸ਼ਕਿਲ ਹੈ। ਹੁਣ ਸਿਆਸਤ ਦੇ ਐਂਗਲ ਤੋਂ ਦੇਖਿਆ, ਪਰ ਦੂਜੇ ਪਾਸੇ ਜਿਹੜੀ ਤੁਸੀਂ ਜਿਹੜਾ ਫਿਕਰ ਤੁਹਾਨੂੰ ਹੈ ਜਿਹਦੇ ਕਰਕੇ ਤੁਸੀਂ ਇਹ ਕਰ ਰਹੇ ਹੋ ਵੀ ਇਹ ਜੋ ਹੋ ਰਿਹਾ ਹੈ ਇਹਦਾ ਪੰਜਾਬ ਨੂੰ ਫਾਇਦਾ ਹੋਏਗਾ ਨੁਕਸਾਨ ਹੋਏਗਾ? ਮੈਂ ਕਹਿੰਦਾ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਰਿਲੀਜਨ ਦੇ ਨਾਂ ਤੇ ਪੋਲਿਟਿਕਸ ਕਰਨ ਦਾ। ਜਦੋਂ 1947 ਚ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਉਦੋਂ ਰਿਲੀਜਨ ਅੰਡਰ ਕਰੰਟ ਸੀਗਾ ਉਹਨਾਂ ਦੀ ਲੈਂਗੁਏਜ ਮੁਤਾਬਕ, ਖਾਨ ਦੀ ਮੁਤਾਬਕ। ਜਦੋਂ ਹਿੰਦੁਸਤਾਨ ਵਿੱਚ ਮਤਲਬ ਜਦੋਂ ਪੰਜਾਬ ਫਰਦਰ ਮਤਲਬ 3 ਹਿੱਸਿਆਂ 'ਚ ਵੰਡਿਆ ਗਿਆ, ਹਿਮਾਚਲ ਤੇ ਉਹ ਨਿਕਲੇ ਦੇ ਵਿੱਚੋਂ ਹਰਿਆਣਾ, ਉਦੋਂ ਕਿਹਾ ਲੈਂਗੁਏਜ ਗਿਆ ਪਰ ਉਹ ਰਿਲੀਜਨ ਹੀ ਸੀ। ਜਦੋਂ ਅਕਾਲੀਆਂ ਨੂੰ ਇਹ ਇਤਰਾਜ਼ ਹੋਇਆ ਕਿ ਆਹ ਇਲਾਕਾ ਰਹਿ ਗਿਆ, ਉਹ ਨਾ ਲੈਂਗੁਏਜ ਦਾ ਲੈਂਦੇ ਰਹੇ, ਗੱਲ ਰਿਲੀਜਨ ਸੀ। ਅਸਲ ਵਿੱਚ ਇਹ ਹੈ ਕਿ ਸਾਰੀ ਲੜਾਈ ਜਿਹੜੀ ਹੈ ਉਹ 2 ਨੇਸ਼ਨ ਥਿਊਰੀ ਤੋਂ ਬਾਅਦ ਇੱਕ ਹੋਰ ਥਿਊਰੀ ਜਿਹੜੀ ਨਿਕਲ ਆਈ ਵਿੱਚ ਵੀ ਅਕਾਲੀ ਇੱਕ ਮੈਜੋਰਿਟੇਰੀਅਨ ਇਲਾਕਾ ਬਣਾਉਣਾ ਚਾਹੁੰਦੇ ਸੀ ਤੇ ਉਹਨੂੰ ਉਹ ਪੰਜਾਬੀ ਸੂਬਾ ਕਹਿ ਦਿੱਤਾ ਉਹਨਾਂ ਨੇ। ਉਹ ਰਿਲੀਜਨ ਦੇ ਬੇਸ ਤੇ ਬਣਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਬਣਾ ਵੀ ਲਿਆ। ਮੇਰੀ ਬੇਸਿਕ ਪ੍ਰੋਬਲਮ ਇਹ ਹੈ ਕਿ ਪੰਜਾਬ ਨੂੰ ਨਾ ਪਹਿਲਾਂ ਕਦੇ ਫਾਇਦਾ ਹੋਇਆ ਰਿਲੀਜਨ ਦੀ ਪੋਲਿਟਿਕਸ ਦਾ, ਨਾ ਅੱਜ ਹੋ ਸਕਦਾ। ਹੁਣ ਜਮਸ਼ੀਦ ਅਲੀ ਹੁਣ ਦੇ ਰਹੇ ਸੀ ਮਿਸਾਲ ਸਿਮਰਜੀਤ ਮਾਨ ਦੀ ਵੀ ਉਹਨਾਂ ਨੇ ਇੰਨੀ ਮੈਜੋਰਿਟੀ ਲਈ, ਉਹ ਬਿਲਕੁਲ ਰਿਲੀਜਨ ਦੇ ਨਾਂ ਤੇ ਨਹੀਂ ਸੀ ਲਈ, ਉਹ ਖਾਲਿਸਤਾਨੀ ਪੋਲਿਟਿਕਸ ਦੇ ਨਾਂ ਤੇ ਲਈ ਸੀ। ਜਿਹੜੀ ਗੱਲ ਅਸੀਂ ਰਿਲੀਜਨ ਦੀ ਕਹਿ ਰਹੇ ਹਾਂ, ਸਿੱਖ ਰਿਲੀਜਨ ਦੀ ਨਹੀਂ ਹੈ, ਉਹ ਅਕਾਲੀ ਪੋਲਿਟਿਕਸ ਹੈ। ਉਹਨਾਂ ਨੇ ਉਸ ਤਰ੍ਹਾਂ ਅਡਾਪਟ ਕਰ ਲਿਆ। ਮੈਂ ਇਹ ਗੱਲ ਦਾ ਮਤਲਬ ਮੇਰੇ ਕੋਲ ਇੱਕ ਥੀਸਿਸ ਹੈ ਪੂਰੇ ਦਾ ਪੂਰਾ, ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਿਆਸਤ ਜਿਹੜੀ ਹੈ ਉਹ ਧਰਮ ਨੂੰ ਕਦੇ ਸੂਟ ਨਹੀਂ ਕੀਤੀ ਕਿਸੇ ਵੀ ਰਿਲੀਜਨ 'ਚ। ਸਿਆਸਤ ਨੇ ਹਰ ਧਰਮ ਦਾ ਨੁਕਸਾਨ ਕੀਤਾ ਹੈ, ਭਾਵੇਂ ਉਹ ਕਿਤੇ ਕਰਦਾ ਹੈ, ਭਾਵੇਂ ਉਹ ਜਾ ਕੇ ਯਹੂਦੀਆਂ ਦਾ ਹੁਣ ਕਰ ਰਿਹਾ ਹੈ, ਮਤਲਬ ਇਸਲਾਮ ਦਾ ਪਹਿਲਾਂ ਕਦੇ ਕੀਤਾ ਹੈ, ਸਿੱਖਾਂ ਦਾ ਤੇ ਮਤਲਬ ਕਬਾੜਾ ਹੀ ਕਰਤਾ ਸਿਆਸਤ। ਕਿਉਂਕਿ ਜਿੱਥੇ ਜਿੱਥੇ ਵੀ ਸਿਆਸਤ ਜਿਹੜੀ ਹੈ ਉਹ ਨਾ ਧਰਮ ਦਾ ਲੈਂਦੀ ਹੈ ਤੇ ਬਿਲਕੁਲ ਉਹੋ ਜਿਹੀ ਹਾਲ ਹੀ ਹੈ ਕਿ ਉਹ ਨਾ ਭਰਾਵਾਂ ਦਾ ਲੈਂਦੇ, ਰੋਂਦੀ ਯਾਰ ਨੂੰ ਹੈ। ਲੈਂਦੇ ਧਰਮ ਦਾ ਨਾਂ ਨੇ, ਕਰਦੇ ਸ਼ੁੱਧ ਪੋਲਿਟਿਕਸ ਨੇ। ਪੋਲਿਟਿਕਸ ਦਾ ਸੁਭਾਅ ਮੇਰੇ ਦਾ ਵੰਡੀ ਦਰ ਵੰਡੀ ਵੱਲ ਜਾਂਦਾ ਹੈ। ਤੁਸੀਂ ਦੇਖੋ, ਪੰਜਾਬ ਨੂੰ ਦੇਖੋ, 2 ਪਾਰਟੀਆਂ ਲੜਦੀਆਂ ਹੁੰਦੀਆਂ ਸਨ। ਸਾਰੇ 5 ਸੂਬਿਆਂ 'ਚ 2 ਪਾਰਟੀਆਂ ਲੜ ਰਹੀਆਂ ਨੇ, ਦੋ ਪਾਰਟੀਆਂ। ਇੱਥੇ ਹੁਣ 5 ਲੜ ਰਹੀਆਂ ਨੇ।
ਪੰਜਾਬ ਦੀ ਪੋਲਿਟਿਕਸ ਜਿਹੜੀ ਆ, ਪੋਲਿਟਿਕਸ ਤੇ ਕਹੇ ਤੋਂ ਬਿਨਾਂ, ਰਿਲੀਜਨ ਦੇ ਬਿਨਾਂ ਹੀ ਉਹ ਵੀ ਅੱਗੋਂ ਵੰਡ ਦਰ ਵੰਡ ਹੋਇਆ ਫਿਰਦਾ। ਸਾਡੇ ਸਮੇਂ ਅਕੈਡਮੀਸ਼ੀਅਨ ਬਿਠਾ ਲਏ ਤੁਸੀਂ 3 ਜਾਣੇ, ਸੀਨੀਅਰ ਅਕੈਡਮੀਸ਼ੀਅਨ ਨੇ, ਅਸੀਂ 3 ਜਾਣੇ। ਸਾਨੂੰ ਇਹ ਪਤਾ ਹੈ ਕਿ ਸਾਡੇ ਸਾਹਮਣੇ ਉਹ ਹੋ ਰਿਹਾ ਜੋ ਅਸੀਂ ਨਹੀਂ ਚਾਹੁੰਦੇ। ਅਸੀਂ ਉਸ ਗੱਲ ਦਾ ਸ਼ਿਕਾਰ ਹਾਂ ਜੋ ਅਸੀਂ ਨਹੀਂ ਚਾਹੁੰਦੇ। ਸਿਆਸਤ ਕਰ ਕੋਈ ਰਿਹਾ, ਕੁੱਟ ਸਾਡੇ ਪੈ ਰਹੀ ਹੈ। ਯਾਨੀ ਸਿਆਸਤ ਜਿਹੜੀ ਹੈ ਉਹ ਮਤਲਬ ਜਦੋਂ ਮਾਸਟਰ ਤਾਰਾ ਸਿੰਘ ਕਰਦਾ ਸੀ ਤੇ ਉਹ ਸਿਆਸਤ ਉਹਨਾਂ ਦਾ ਸਿੱਧਾ ਹੀ ਸੀ, ਜੋ ਪੰਥਕ ਨਹੀਂ ਉਹ ਮੇਰੀ ਸਿਆਸਤ ਨਹੀਂ, ਤੇ ਉਹ ਪੰਥਕ ਹੋ ਕੇ ਵਿਖਾਉਂਦਾ ਸੀ। ਹੁਣ ਜਦੋਂ ਬਾਦਲ ਸਾਹਿਬ ਤੇ ਆਈ ਹੈ ਤੇ ਬਾਦਲ ਪਰਿਵਾਰ ਜਿਹੜਾ ਉਹ ਪੰਥਕ ਹੋਏ ਬਿਨਾਂ ਹੀ ਸਿਆਸਤ ਕਰੀ ਜਾਂਦਾ ਪੰਥ ਦੀ। ਤੁਸੀਂ ਦੇਖੋ ਵੀ ਮੈਂ ਸਿੱਖ ਦੇ ਤੌਰ ਤੇ ਜੇ ਮਹਿਸੂਸ ਕਰਦਾ ਕਿ ਮੇਰੇ ਰਿਲੀਜਨ ਦੀ ਪੋਲਿਟਿਕਸ ਜਿਹੜੀ ਉਹ ਤਾਂ ਅਕਾਲੀ ਪੋਲਿਟਿਕਸ ਹੈ ਨਾ ਜੀ, ਜਿਹਨੂੰ ਮੈਨੂੰ ਫੋਕਸ ਕਰ ਰਿਹਾ, ਮੇਰੀ ਦਾੜੀ ਨੂੰ ਦੇਖ ਕੇ ਜਿਹੜਾ ਤੂੰ ਸਵਾਲ ਕੀਤਾ ਹੈ ਉਹਦੇ ਮੁਤਾਬਕ ਤੇ ਮੈਂ ਤੇ ਆਪ ਦੁਖੀ ਹਾਂ ਇਸ ਗੱਲ ਤੇ ਵੀ ਉਸ ਸਿਆਸਤ ਨੇ ਸਾਡਾ ਮਤਲਬ ਸਾਡਾ ਇੰਸਟੀਟਿਊਸ਼ਨ ਖਾਦੇ, ਉਸ ਸਿਆਸਤ ਨੇ ਸਾਡਾ ਅਕਾਲ ਤਖਤ ਵਰਗੀ ਸ਼ਕਤੀ ਖਾਦੀ ਜਿੱਥੇ ਕੋਈ ਸਿੱਖ ਨੂੰ ਇਤਰਾਜ਼ ਨਹੀਂ ਕਿਸੇ ਨੂੰ ਵਰਲਡ ਓਵਰ। ਉਸ ਸਿਆਸਤ ਨੇ ਗੁਰਦੁਆਰਾ ਦੇ ਸਿਰ ਪੜਵਾਏ ਬਾਹਰ। ਉਸ ਸਿਆਸਤ ਨੇ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਸਾਨੂੰ ਤੁਰਨ ਦਊ ਕਿ ਨਹੀਂ ਤੁਰਨ ਦਊ। ਉਸ ਸਿਆਸਤ ਚੋਂ ਜਦੋਂ ਜਿਹੜਾ ਇਹ ਹੋਇਆ ਕਿ ਲੋਕ ਸੋਚਦੇ ਰਹੇ ਵੀ ਇੰਨੇ ਹਿੰਦੂ ਮਰੇ, ਉਹ ਭਾਈ ਬਚਿਆ ਜਿਹੜਾ ਹੈ ਉਹ ਇਹ ਸੋਚੋ ਵੀ ਕਿਵੇਂ ਬਚੇ, ਮੈਂ ਕਿਵੇਂ ਬਚ ਗਿਆ, ਇਹ ਸੋਚੋ। ਸ਼ਰਮਾ ਹੁਣੀ ਦੇਖਦੇ ਰਹੇ, ਖਾਨ ਦੇਖਦਾ ਰਿਹਾ, ਅਸੀਂ ਸਾਰੇ ਇਕੱਠੇ ਦੇਖਦੇ ਰਹੇ, ਸਾਰੇ ਸਾਹਮਣੇ ਵਾਪਰਿਆ। ਸਾਡੀ ਬਦਕਿਸਮਤੀ ਇਹ ਹੈ ਕਿ ਸੀਨੀਅਰ ਅਕੈਡਮੀਸ਼ੀਅਨ ਦੇ ਤੌਰ ਤੇ ਇਹ ਸਾਰਾ ਕੁਝ ਜਿਸ ਤੇ ਅਸੀਂ ਝੂਰ ਰਹੇ ਹਾਂ, ਮੈਂ ਸਮਝਦਾ ਇਹ ਆ ਕਿ ਡਾਟਾ ਡੂਟਾ ਜਿਹੜਾ ਲੈ ਕੇ ਕਿਤੇ ਉਹਨੂੰ ਜਸਟੀਫਾਈ ਕਰ ਲੈ ਕੋਈ ਪੋਲੀਟੀਕਲ ਸਾਇੰਟਿਸਟ ਜੋ ਥਿਊਰੀ ਕੱਢ ਲਏ, ਮੈਂ ਕਹਿ ਨਹੀਂ ਸਕਦਾ। ਪਰ ਮੈਂ ਇਹ ਗੱਲ ਜਿਹੜੀ ਪੱਕੀ ਕਹਿਣਾ ਕਿ ਸਿੱਖ ਧਰਮ ਨੂੰ ਜਿੰਨਾ ਪੋਲਿਟਿਕਸ ਨੇ ਨੁਕਸਾਨ ਕੀਤਾ, ਸਿੰਘ ਸਭਾ ਲਹਿਰ ਵੇਲੇ ਤੱਕ ਤੁਹਾਨੂੰ ਸਾਰਿਆਂ ਨੂੰ ਪ੍ਰੋਫੈਸਰਾਂ ਨੂੰ ਪਤਾ ਹੈ, ਸਿੰਘ ਸਭਾ ਲਹਿਰ ਵੇਲੇ ਤੱਕ ਕੋਈ ਸਿਆਸਤ ਨਹੀਂ ਸੀ। ਸਿਆਸਤ 1920 ਚ ਸ਼ੁਰੂ ਹੁੰਦੀ ਹੈ ਜਾ ਕੇ ਜਦੋਂ ਅਕਾਲੀ ਦਲ ਬਣਦਾ ਹੈ। ਉਸ ਵੇਲੇ ਤੇ ਅੰਗਰੇਜ਼ ਦਾ ਰਾਜ ਸੀਗਾ। ਸਿਆਸਤ ਦੇ ਉਦੋਂ ਵੀ ਜਿਹੜੀ ਸਾਡੀ ਸਿਆਸਤ ਸੀ ਉਹ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਸੀ। ਜੱਟ ਦਾ ਮੋਰਚਾ ਲੱਗਿਆ, ਨਨਕਾਣਾ ਸਾਹਿਬ ਦੇ ਸ਼ਹੀਦੀਆਂ ਹੋਈਆਂ, ਇਹ ਕੋਈ ਸਿਆਸਤ ਨਹੀਂ ਸੀ। ਮੈਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਹਾਡਾ ਟਾਈਮ ਨਹੀਂ ਲੈਣਾ ਚਾਹੁੰਦਾ, ਪਰ ਮੈਂ ਇਸ਼ਾਰਾ ਇਹ ਕਰਨਾ ਚਾਹੁੰਦਾ ਕਿ ਸਿਆਸਤ ਐਂਟਰ ਕਰ ਗਈ ਜਦੋਂ ਅਕਾਲੀ ਦਲ ਬਣਨ ਨਾਲ। ਉਦੋਂ ਅਕਾਲੀ ਦਲ ਬਣਨ ਨਾਲ ਉਹ ਦੇਖਿਆ ਗਿਆ ਕਿ ਪੋਲੀਟੀਕਲ ਸਿਸਟਮ ਜਿਹੜਾ ਹੈ, ਲੋਕ ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸੰਘਰਸ਼ ਹੋ ਰਿਹਾ ਸੀ ਉਹ ਪੰਜਾਬ ਦਾ ਬੜਾ ਵੱਡਾ ਰੋਲ ਸੀ, ਤੇ ਪੰਜਾਬੀਆਂ ਦੇ ਵਿੱਚ ਸਿੱਖਾਂ ਦਾ ਰੋਲ ਸੀ, ਸਿੱਖਾਂ ਵਿੱਚੋਂ ਜੱਟਾਂ ਦਾ ਰੋਲ ਸੀ। ਹੁਣ ਉਹ ਜਿਹੜੇ ਨੇ ਉਹ ਸੈਗਮੈਂਟ ਦੇਖਦਾ ਸੀ ਵੀ ਪੋਲਿਟਿਕਸ ਵਿੱਚ ਸਾਨੂੰ ਉਹ ਥਾਂ ਨਹੀਂ ਮਿਲ ਰਹੀ। ਉਹਨਾਂ ਪੋਲਿਟਿਕਸ ਵੀ ਥਾਂ ਲੈ ਕੇ 1920 ਚ ਬਣਾਇਆ ਸੀ, ਤੇ ਉਹਦਾ ਮੁੱਦਾ ਇਹ ਰੱਖਿਆ ਸੀ ਕਿ ਪੰਥਕ ਬੋਲ ਬਾਲਿਆਂ ਵਾਸਤੇ ਦੇਸ਼ ਤੇ ਕਾਲ ਘੜਨ ਦੀ ਸਿਆਸਤ। ਹੁਣ ਉਸ ਸਿਆਸਤ ਦਾ ਉਦੋਂ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਲੱਗਦਾ ਕਿਉਂਕਿ ਕਿਸੇ ਦੀ ਕਾਸਟ ਨਹੀਂ ਸੀ ਹੋ ਰਹੀ। ਪਰ 1947 ਤੋਂ ਬਾਅਦ ਆਜ਼ਾਦ ਭਾਰਤ ਵਿੱਚ ਕਿਸੇ ਦੂਜਾ ਪੱਖ ਮੈਂ ਤੁਹਾਡਾ ਵਿਦਵਾਨਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ, ਉਹ ਇਹ ਹੈ ਭਾਰਤ ਦਾ ਵਿਧਾਨ ਜਿਹੜਾ ਉਹ ਕਹਿੰਦਾ ਧਰਮ ਨਿਰਪੇਖ ਹੈ। ਧਰਮ ਨਿਰਪੇਖਤਾ ਵਿੱਚ ਕਾਂਗਰਸ ਨੇ ਆਪਣਾ ਝੰਡਾ ਕੱਢਿਆ, ਮਹਾਤਮਾ ਗਾਂਧੀ ਸਾਰੇ ਕਾਂਗਰਸੀ ਉਹ ਸਮਝਦੇ ਵੀ ਉਦੋਂ ਬਾਅਦ ਧਰਮ ਨਿਰਪੇਖ ਹੋਇਆ ਨਹੀਂ ਜਾ ਸਕਦਾ। ਅੱਜ ਖਾਸ ਤੌਰ ਤੇ ਭਾਜਪਾ ਦੇ ਆਉਣ ਨਾਲ ਸਾਨੂੰ ਸਮਝ ਆ ਗਈ ਵੀ ਉਹਦੇ ਧਰਮ ਨਿਰਪੇਖ ਪਾਰਟੀ ਸੀਗੀ। ਪਰ ਮੈਨੂੰ ਇੱਕ ਇਲੈਕਸ਼ਨ ਦੱਸਣ ਜਿੱਥੇ ਮਤਲਬ ਕਾਂਗਰਸ ਨੇ ਰਿਲੀਜਨ ਨਾ ਵਰਤਿਆ ਹੋਵੇ। ਰਿਲੀਜਨ ਦਾ ਬਿਲਕੁਲ ਅਕਾਲੀਆਂ ਨੇ ਕਾਂਗਰਸ ਦੀ ਨਕਲ ਮਾਰੀ ਵੀ ਕਹੋ ਨਾ ਵਰਤ ਲੋ। ਹੁਣ ਇਹ ਕਹੋ ਨਾ ਦੇ ਵਰਤ ਲੋ ਦੇ ਵਿੱਚੋਂ ਜਿਹੋ ਜਿਹਾ ਵੋਟ ਬੈਂਕ ਪੈਦਾ ਹੋ ਗਿਆ। ਸਾਡੀ ਪ੍ਰੋਬਲਮ ਇਹ ਹੈ ਕਿ ਇਹ ਬਿਮਾਰੀ ਜਿਹੜੀ ਕਿਸੇ ਵੇਲੇ ਸਿਆਸਤਦਾਨ ਨੂੰ ਸੂਟ ਕਰਦੀ ਸੀ ਤੇ ਉਹਨੇ ਸਹੇੜ ਲਈ, ਉਹਨੇ ਛੂਤ ਦੀ ਬਿਮਾਰੀ ਵਾਂਗੂ ਵੋਟ ਬੈਂਕ 'ਚ ਜਾ ਵੜੀ ਹੈ। ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਜਿਹੜਾ ਮੁਸਲਮਾਨ ਦੇ ਤੌਰ ਤੇ ਪਰਸੀਵ ਹੋ ਰਿਹਾ ਹੈ, ਡਾਕਟਰ ਸ਼ਰਮਾ ਹਿੰਦੂ ਦੇ ਤੌਰ ਤੇ ਪਰਸੀਵ ਹੈ, ਡਾਕਟਰ ਬਲਕਾਰ ਸਿੰਘ ਜਿਹੜਾ ਸਿੱਖ ਦੇ ਤੌਰ ਤੇ ਪਰਸੀਵ ਹੈ। ਯਾਰ ਇਹਨੂੰ ਵੱਡੀ ਕੀ ਬਦਕਿਸਮਤੀ ਹੋਏਗੀ। ਨਹੀਂ, ਬਿਲਕੁਲ ਠੀਕ ਹੈ। ਔਰ ਸੱਚੀ ਗੱਲ ਜੇ ਮੈਂ ਜਾਣਬੁੱਝ ਕੇ ਤਿੰਨਾਂ ਨੂੰ ਲਿਆ, ਮੈਂ ਬਿਲਕੁਲ ਪ੍ਰਵਾਨ ਕਰਦਾ, ਮੈਂ ਤਿੰਨਾਂ ਨੂੰ ਇਸ ਕਰਕੇ ਲਿਆ। ਮੈਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਘੱਟੋ ਘੱਟ ਇੱਕ ਕਲੈਕਟਿਵ
ਰਾਏ ਬਣਾ ਸਕਾਂ ਔਰ ਮੈਂ ਵੱਖ-ਵੱਖ ਧਰਮਾਂ ਤੋਂ ਆਉਣ ਵਾਲੇ ਉਹ ਲੋਕ ਜਿਨ੍ਹਾਂ ਸਾਰੀ ਉਮਰ ਕਿਤਾਬਾਂ ਔਰ ਇਤਿਹਾਸ ਨਾਲ ਬਿਤਾਈ ਆ, ਉਹ ਇਹਨੂੰ ਐਕਸਪਲੇਨ ਕਰਨ, ਡਿਫਾਈਨ ਕਰਨ, ਇਹਨੂੰ ਲੋਕਾਂ ਨੂੰ ਦੱਸਣ ਕਿ ਅਸਲ ਸੱਚ ਕੀ ਆ। ਹੁਣ ਮੈਂ ਪ੍ਰੋਫੈਸਰ ਹਰੀਸ਼ ਸ਼ਰਮਾ ਜੀ ਨੂੰ ਇਹੀ ਸਵਾਲ ਕੋਈ ਨਹੀਂ, ਜੋ ਦੋ ਪ੍ਰੋਫੈਸਰ ਸਾਹਿਬਾਨ ਨੇ ਗੱਲਾਂ ਕੀਤੀਆਂ ਨੇ, ਹੁਣ ਤੁਸੀਂ ਇਹਨੂੰ ਕਿਵੇਂ ਅੱਗੇ ਵਧਾਓਗੇ? ਕਿਉਂਕਿ ਗੱਲਬਾਤ ਦੀ ਸ਼ੁਰੂਆਤ ਪ੍ਰੋਫੈਸਰ ਸ਼ਰਮਾ ਤੁਸੀਂ ਕੀਤੀ। ਰੰਧਾਵਾ ਜੀ, ਡਾਕਟਰ ਬਲਕਾਰ ਸਿੰਘ ਨੇ ਇੱਕ ਗੱਲ ਕਹੀ, ਰੈਫਰੈਂਸ ਦਿੱਤੀ ਹੈ, ਜਿਹੜੀ 2 ਨੇਸ਼ਨ ਥਿਊਰੀ ਸੀ ਜਿਨ੍ਹਾਂ ਦੀ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਲੇ ਵੀ ਸਾਡੇ ਗੱਲ ਜਿਹੜੀ ਹੈ ਉਹ ਪਈ ਹੋਈ ਹੈ। ਕਿਉਂਕਿ ਐਗਜ਼ਾਮਪਲ ਸੈੱਟ ਹੋ ਗਈ ਕਿ ਜੇ ਮੁਸਲਮਾਨ ਇਸ ਕਿਸਮ ਦੀ ਡਿਮਾਂਡ ਰੱਖਦੇ ਨੇ ਤੇ ਉਹਨਾਂ ਨੂੰ ਪਾਕਿਸਤਾਨ ਮਿਲ ਸਕਦਾ, ਜਾਂ ਜਿਹੜੇ ਪਾਕਿਸਤਾਨ ਦੀ ਡਿਮਾਂਡ ਸਾਰੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਸੀ, ਔਰ ਸਾਨੂੰ ਇਹ ਪਤਾ ਕਿ ਪਾਕਿਸਤਾਨ ਦੀ ਡਿਮਾਂਡ ਸਾਰੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਨਹੀਂ ਸੀ। ਇਹ ਜਿਹੜੀਆਂ ਗੱਲਾਂ ਨੇ, ਔਰ ਉਸ ਤੋਂ ਬਾਅਦ 47 ਤੋਂ ਬਾਅਦ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਇੱਕ ਵੱਖਰਾ ਤਬਕਾ ਜਿਹੜਾ ਕਿ ਨਹੀਂ ਉਹ ਪਰਸੀਵ ਕੀਤਾ ਗਿਆ, ਉਹ ਜਿਹੜਾ ਹਾਲੇ ਤੱਕ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਪਰਸੀਵ ਕੀਤਾ ਜਾਂਦਾ ਹੈ ਕਿ ਇਹ ਤੇ ਪਾਕਿਸਤਾਨ ਦੇ ਮਦਾਹ ਸਨ, ਇਸ ਕਰਕੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਡੀਲ ਕਰਨਾ ਚਾਹੀਦਾ, ਜਿਹੜੀ ਕਿ ਨਾ ਗੱਲ ਉਦੋਂ ਸੀ ਨਾ ਗੱਲ ਅੱਜ ਰੈਲੇਵੈਂਟ ਹੈ। ਪੰਜਾਬ ਦੇ ਵਿੱਚ ਜਿੱਥੋਂ ਤੱਕ ਸਵਾਲ ਹੈ, ਉਹ ਡਾਕਟਰ ਬਲਕਾਰ ਸਿੰਘ ਨੇ ਬੜੀ ਸਾਫ਼ ਗੱਲ ਕਰ ਦਿੱਤੀ ਹੈ ਕਿ ਧਰਮ ਨੂੰ ਵਰਤਿਆ ਗਿਆ ਹੈ ਰਾਜਨੀਤੀ ਦੇ ਨਾਂ ਤੇ, ਰਾਜਨੀਤੀ ਦੇ ਵਿੱਚ ਘੁਸੇੜ ਕੇ ਧਰਮ ਨੂੰ ਵਰਤਿਆ ਗਿਆ ਹੈ ਔਰ ਨੈਗੇਟਿਵ ਤਰੀਕੇ ਦੇ ਨਾਲ ਵਰਤਿਆ ਗਿਆ ਹੈ ਜੀ। ਜ਼ਾਹਿਰਾ ਤੌਰ ਦੇ ਉੱਤੇ ਬੇਸ਼ੱਕ ਪਹਿਲੇ ਕਿਸੇ ਨੇ ਧਰਮ ਦੀ ਇਸ ਤਰੀਕੇ ਦੇ ਨਾਲ ਗੱਲ ਨਹੀਂ ਸੀ ਕੀਤੀ, ਪਰ ਇਹ ਵੀ ਗੱਲ ਠੀਕ ਸੀ, ਜਿਸ ਤਰ੍ਹਾਂ ਡਾਕਟਰ ਜਮਸ਼ੇਦ ਅਲੀ ਖਾਨ ਨੇ ਕਿਹਾ ਕਿ ਜਦੋਂ ਵੋਟ ਦੇਣ ਦੀ ਗੱਲ ਆਉਂਦੀ ਸੀ ਤੇ ਗੱਲ ਪੰਥਕ ਵੋਟ ਦੀ ਕਰਦੇ ਸੀ ਕਿ ਅਸੀਂ ਪੰਥ ਨੂੰ ਵੋਟ ਦੇਣਾ ਜਾਂ ਫਲਾਣੇ ਨੂੰ ਵੋਟ ਦੇਣਾ। ਇਸ ਸੰਦਰਭ ਦੇ ਵਿੱਚ ਜੇ ਅਸੀਂ ਹੋਰ ਪਿੱਛੇ ਥੋੜਾ ਜਿਹਾ ਚਲੇ ਜਾਈਏ, 65-66 ਦੇ ਵਿੱਚ ਚਲੇ ਜਾਈਏ, ਤੇ ਅਸੀਂ ਅੱਖੀਂ ਦੇਖਿਆ ਕਿ ਜਿਸ ਵੇਲੇ ਮਹਾਪੰਜਾਬ ਦੀ ਗੱਲ ਹੁੰਦੀ ਸੀ ਤੇ ਉਹਦੇ ਵਿੱਚ ਹਿੰਦੂ ਇੱਕ ਪਾਸੇ ਹੁੰਦੇ ਸੀ, ਸਿੱਖ ਇੱਕ ਪਾਸੇ ਹੁੰਦੇ ਸੀ, ਪਰ ਉਹ ਗੱਲਾਂ ਵੀ ਲੋਕੀ ਭੁੱਲ ਕੇ ਅੱਗੇ ਨੂੰ ਤੁਰ ਪਏ। ਜਦੋਂ ਲੋਕੀ ਭੁੱਲਣ ਲੱਗਦੇ ਨੇ, ਉਹਨਾਂ ਨੂੰ ਫਿਰ ਉਧੇੜ ਦਿੱਤਾ ਜਾਂਦਾ। ਪੰਜਾਬ ਦੀ ਤਰਾਸਦੀ ਇਹ ਹੈ ਕਿ ਜਦੋਂ ਲੋਕੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਗੱਲਾਂ ਨੂੰ ਭੁੱਲਣ ਲੱਗਦੇ ਨੇ, ਅਸੀਂ ਮਿਲੀਟੈਂਸੀ ਭੁੱਲਣ ਲੱਗੇ ਹਾਂ, ਤੇ ਉਹਨਾਂ ਗੱਲਾਂ ਨੂੰ ਦੁਬਾਰਾ ਤੋਂ ਉਧੇੜ ਦਿੱਤਾ ਜਾਂਦਾ, ਕਿਸੇ ਨਾ ਕਿਸੇ ਫਾਰਮ ਦੇ ਵਿੱਚ ਉਧੇੜ ਦਿੱਤਾ ਜਾਂਦਾ ਜੀ। ਪਰ ਫਿਰ ਵੀ ਮੈਂ ਦੇਖਦਾ ਵਾਂ ਕਿ ਅੱਜ ਦੀ ਸਿਆਸਤ ਦੇ ਵਿੱਚ ਵੀ, ਹੁਣ ਤੁਸੀਂ ਦੇਖੋ, ਜੇ ਅਕਾਲੀ ਦਲ ਦੀ ਹੀ ਗੱਲ ਕਰ ਲਈਏ, ਅਕਾਲੀ ਦਲ ਦੀ ਸਿਆਸਤ ਹੀ ਦੇਖ ਲਈਏ, ਤੇ ਅਕਾਲੀ ਦਲ ਦੇ ਵਿੱਚ ਕਈ ਹਿੰਦੂ ਚਿਹਰੇ ਵੀ ਇਸ ਵੇਲੇ ਉਹਨਾਂ ਨੇ ਸਾਹਮਣੇ ਅੱਗੇ ਕੀਤੇ ਹੋਏ। ਪਹਿਲੇ ਤਾਂ ਸਿਰਫ ਗੁਜਰਾਲ ਦਾ ਚਿਹਰਾ ਅੱਗੇ ਸਾਹਮਣੇ ਆਉਂਦਾ ਸੀ, ਪਰ ਹੁਣ ਜਿਹੜੇ ਨੇ, ਹੁਣ ਜੇ ਮੈਂ ਕੱਲ ਅੰਮ੍ਰਿਤਸਰ ਦੀ ਹੀ ਗੱਲ ਕਰਾਂ ਤੇ ਇੱਕ ਕੈਂਡੀਡੇਟ ਜਿਹੜਾ ਹੈ ਉਹ ਇਸ ਵੇਲੇ ਬੜਾ ਸਟਰੋਂਗ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਅੰਮ੍ਰਿਤਸਰ ਦੇ ਵਿੱਚ ਹੈ, ਔਰ ਉਹ ਜਿੱਤੇਗਾ ਵੀ ਮੈਨੂੰ ਲੱਗਦਾ, ਜਿਸ ਤਰ੍ਹਾਂ ਦੀਆਂ ਰੀਡਿੰਗਸ ਆ ਰਹੀਆਂ ਨੇ, ਪਰ ਉਹ ਨਾਨ ਸਿੱਖ ਹੈ। ਬਾਕੀ ਤੁਹਾਡਾ ਮਤਲਬ ਅਨਿਲ ਜੋਸ਼ੀ ਦੀ ਜਿਹੜੀ ਸਪੋਰਟ ਹੈ, ਚਲੋ ਉਹ ਹਿੰਦੂ ਕਰਕੇ ਵੀ ਹੈ, ਪਰ ਦੈਨ ਹੀ ਇਜ਼, ਉਹ ਜਿਹੜਾ ਉਹ ਤੇ ਜਿਹੜੀ ਸਟੈਂਪ ਲੱਗੀ ਹੈ ਉਹ ਇਸ ਵੇਲੇ ਤਕੜੀ ਦੀ ਸਟੈਂਪ ਲੱਗੀ ਹੈ। ਪਰ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ, ਇਹਨਾਂ ਨੂੰ ਅਸੀਂ ਐਕਸੈਪਸ਼ਨ ਮੰਨ ਲਈਏ ਕਿ ਐਬਰੇਸ਼ਨ ਮੰਨ ਲਈਏ ਕਿ ਐਜ਼ ਅ ਜਨਰਲ ਰੂਲ ਮੰਨ ਲਈਏ, ਇਹ ਸਾਡੀ ਨਿਗਾਹ ਤੇ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਮੰਨੀਏ। ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਇਸ ਵੇਲੇ, ਕਿਉਂਕਿ ਡਾਕਟਰ ਸਾਹਿਬ ਨੇ ਬੜੇ ਸਹਿਜ ਸੁਭਾਅ ਗੱਲ ਕੀਤੀ ਹੈ, ਚੋਣ ਕਮਿਸ਼ਨ ਦਾ ਇੱਕ 10 ਤਰੀਕ ਤੋਂ ਬਾਅਦ ਕਿਸੇ ਵੀ ਸਿੱਧੀ ਸਾਫ਼ ਕਹਿਣਾ ਕਿ ਕੌਣ ਕੈਂਡੀਡੇਟ ਕਮਜ਼ੋਰ ਜਾਂ ਕੋਈ ਤਗੜਾ ਹੈ, ਅਸੀਂ ਬਿਲਕੁਲ ਨਹੀਂ ਕਹਿ ਰਹੇ। ਪ੍ਰੋਫੈਸਰ ਸਾਹਿਬ ਦਾ ਬਿਲਕੁਲ 100% ਇਸ ਤਰ੍ਹਾਂ ਦਾ ਕੋਈ ਨਹੀਂ ਹੈ, ਫਾਈਟ ਹਰ ਕੋਈ ਕਰ ਰਿਹਾ, ਜਿਹੜਾ ਆਪਣੀ ਗੱਲ ਰੱਖੇਗਾ ਲੋਕ ਇਹਨੂੰ ਪ੍ਰਵਾਨ ਕਰਨਗੇ। ਪਰ ਹਾਂ, ਅਨਿਲ ਜੋਸ਼ੀ ਪੂਰੇ ਵਜਕੇ ਨਾਲ ਆਪਣੀ ਗੱਲ ਅੱਗੇ ਰੱਖ ਰਹੇ ਆ। ਉੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਨੇ, ਉਹ ਵੀ ਬੜੇ ਧੜੱਲੇ ਨਾਲ ਆਪਣੀ ਕੰਪੇਨ ਕਰ ਰਹੇ ਆ। ਉੱਥੇ ਰਿੰਟੂ ਨੇ, ਜਿਹੜੇ ਮੇਰੇ ਖਿਆਲ ਇਹਦੇ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਪਿੰਟੂ, ਮੈਂ ਮਾਫੀ ਚਾਹੁੰਦਾ, ਔਰ ਉੱਥੇ ਅਨਿਲ ਦੱਤੀ ਵੀ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਕਰ ਰਹੇ ਆ। ਸੋ ਸਾਰੇ ਹੀ ਆਪਣੀ ਆਪਣੀ ਜਗ੍ਹਾ ਤਗੜੇ। ਦੇਖੋ 10 ਤਰੀਕ ਨੂੰ ਅਗਲੇ ਮਹੀਨੇ 'ਚ ਰਿਜ਼ਲਟ ਕਿਹੋ ਜਿਹੇ ਆਉਂਦੇ। ਮੈਂ ਇਹ ਆਖਰੀ ਰਾਉਂਡ ਹੈ, ਔਰ ਇਹ ਰਾਉਂਡ ਮੈਂ ਪ੍ਰੋਫੈਸਰ ਜਮਸ਼ੇਦ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ
ਕਿ ਦੱਸੋ। ਇਸ ਲਈ ਬੀਜੇਪੀ ਨੇ ਜਿਹੜੀ ਆਪਣੀ ਮੈਥਮੈਟਿਕਸ ਜਿਹੜੀ ਹੈ ਉਹ ਰਿਵਾਈਜ਼ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਸਿੱਖ ਚਿਹਰੇ ਵੀ ਜਿਹੜੇ ਨੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਐਡੀਸ਼ਨ ਹੈ ਇਹਦੇ ਵਿੱਚ। ਜੀ ਬਿਲਕੁਲ ਠੀਕ ਹੈ। ਉਹਨਾਂ ਨੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਇਹਨੂੰ ਕਾਂਗਰਸ ਵਰਗੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਬਹੁਤ ਲੇਟ ਸੀਗੇ। ਕਿਸਾਨੀ ਮੂਵਮੈਂਟ ਤੋਂ ਬਾਅਦ ਉਹਨਾਂ ਜਦੋਂ ਇਹ ਫੈਸਲੇ ਵਾਪਸ ਲਏ, ਕਾਨੂੰਨ ਵਾਪਸ ਲਏ, ਤਾਂ ਉਦੋਂ ਉਹਨਾਂ ਕੋਲ ਸਮਾਂ ਬੜਾ ਥੋੜਾ ਬਚਿਆ ਸੀ। ਜੇ ਉਹਨਾਂ ਨੂੰ ਕੋਈ ਸਮਾਂ ਜ਼ਿਆਦਾ ਹੁੰਦਾ ਤਾਂ ਸ਼ਾਇਦ ਹੋਰ ਪਾਰਟੀਆਂ ਦੇ ਸਿੱਖ ਵੀ ਉਹਨਾਂ ਨੂੰ ਸੌਖਿਆਂ ਮਿਲ ਜਾਂਦੇ। ਮੈਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਪੰਜਾਬ ਦੇ ਚੋਣ ਦ੍ਰਿਸ਼ ਦੇ ਨਜ਼ਰੀਏ ਤੋਂ ਹੁਣ ਸਿੱਧੀ ਗੱਲ ਤੁਹਾਡੇ ਨਾਲ ਕਰੂੰਗਾ, ਸਿਰਫ ਇੱਕ 2 ਮਿੰਟ ਦੇ ਵਿੱਚ ਮੈਨੂੰ ਉਹ ਜ਼ਰੂਰ ਕਲੀਅਰ ਕਰ ਦਿਓ ਕਿ ਅੱਜ ਦੇ ਦਿਨ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਖੜੀ ਹੈ। ਜੇ ਤੁਸੀਂ ਇਹ ਕਹਿਣਾ ਹੋਵੇ ਵੋਟ ਬੈਂਕ ਆਪਣੇ ਸਾਧ ਕੇ ਤੁਰਨ ਵਾਲੇ ਇੱਥੋਂ ਨਤੀਜੇ ਕੱਢ ਸਕਣਗੇ ਕਿ ਨਹੀਂ? ਰੰਧਾਵਾ ਸਾਹਿਬ, ਅੱਜ ਦੀ ਸਥਿਤੀ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਚਾਹੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਅੱਜ ਧਰਮ ਦੇ ਨਾਮ ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਲੇਕਿਨ ਇਹ ਧਰਮ ਦੇ ਨਾਮ ਤੇ ਜਿਹੜੀ ਸਿਆਸਤ ਹੈ ਇਹ ਸਮਾਜ ਵਾਸਤੇ ਬਹੁਤ ਹਾਨੀਕਾਰਕ ਹੈ। ਜਿਵੇਂ ਪਹਿਲਾਂ ਹੀ ਡਾਕਟਰ ਬਲਕਾਰ ਸਿੰਘ ਉਹਨਾਂ ਨੇ ਕਿਹਾ, ਇਹਦਾ ਮੁੱਖ ਰੀਜ਼ਨ ਕੀ ਹੈ ਕਿ ਜਦ ਧਰਮ ਦੇ ਨਾਮ ਤੇ ਸਿਆਸਤ ਹੁੰਦੀ ਹੈ, ਕਿਉਂਕਿ ਬੜਾ ਇਮੋਸ਼ਨਲ ਇਸ਼ੂ ਹੈ, ਲੋਕ ਜਲਦੀ ਇਮੋਸ਼ਨਲ ਹੋ ਜਾਂਦੇ ਨੇ, ਤਾਂ ਸਾਰੀ ਜਿਹੜੀ ਰਾਜਨੀਤੀ ਹੈ ਉਹ ਮੁੱਦਾ ਰਹਿਤ ਹੋ ਜਾਂਦੀ ਹੈ, ਮੁੱਦਿਆਂ ਤੋਂ ਪਰੇ ਹਟ ਜਾਂਦੀ ਹੈ। ਦਰਅਸਲ ਅਸਲੀ ਮੁੱਦੇ ਜਿਹੜੇ ਹੈਗੇ ਪਿੱਛੇ ਰਹਿ ਜਾਂਦੇ ਨੇ, ਚਾਹੇ ਅਨਐਮਪਲਾਇਮੈਂਟ ਦਾ ਹੈ, ਚਾਹੇ ਹੋਰ ਬੜੇ ਮੁੱਦੇ ਹੈਗੇ, ਚਾਹੇ ਇੰਡਸਟਰੀਅਲਾਈਜੇਸ਼ਨ ਦਾ ਹੈ, ਚਾਹੇ ਸਾਡੀ ਐਗਰੀਕਲਚਰ ਦਾ, ਚਾਹੇ এনवायरमेंट ਦਾ। ਇਹ ਸਾਰੇ ਅਸਲੀ ਮੁੱਦੇ ਪਿੱਛੇ ਰਹਿ ਜਾਂਦੇ ਨੇ ਤੇ ਇਸ ਇਮੋਸ਼ਨਲ ਜਿਹੜੇ ਫੈਕਟਰਸ ਹੈਗੇ ਇਹਨਾਂ ਦੇ ਨਾਮ ਤੇ ਕਈ ਪਾਰਟੀਆਂ ਸਿਆਸਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਜਿਹੜੀਆਂ ਸਮਾਜ ਲਈ ਬਹੁਤ ਹਾਨੀਕਾਰਕ ਗੱਲ ਹੈ। ਪਰ ਹੁਣ ਆਪਾਂ ਆਉਂਦੇ ਹਾਂ ਅਸਲੀ ਜਿਹੜਾ ਤੁਹਾਡਾ ਸਵਾਲ ਹੈ ਕਿ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਦੇ ਵਿੱਚ ਕੀ ਸਿਨੈਰੀਓ ਬਣਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਦੇਖੋ, ਜੇ ਅੱਜ ਦੀ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਅੱਜ ਦੇ ਵਿੱਚ ਚਾਰੋਂ ਜਿਹੜੇ ਮੁੱਖ ਪਲੇਅਰ ਹੈਗੇ, ਕਾਂਗਰਸ, ਅਕਾਲੀ ਦਲ, ਐਨਡੀਏ ਦਾ ਅਲਾਈਅੰਸ ਤੇ ਆਪ, ਇਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਹਵਾ ਬਣੀ ਹੋਈ ਹੈ, ਔਰ ਉਹ ਹਵਾ ਪਹਿਲਾਂ ਤਾਂ ਸਿਰਫ ਮਾਲਵਾ ਰੀਜਨ ਤੱਕ ਸੀ, ਪਰ ਹੁਣ ਇਹ ਮਾਲਵਾ ਨੂੰ ਕ੍ਰਾਸ ਕਰਕੇ ਮਾਝਾ ਤੇ ਦੁਆਬਾ ਦੇ ਵਿੱਚ ਵੀ ਹੈ। ਲੱਗਦਾ ਕਿ ਸਭ ਤੋਂ ਵੱਡੀ ਪਾਰਟੀ ਤਾਂ ਜਿਹੜੀ ਹੈਗੀ ਉਹ ਇਸ ਟਾਈਮ ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ, ਈਵਨ ਮੈਜੋਰਿਟੀ ਵੀ ਮਿਲ ਸਕਦੀ ਹੈ। ਲੇਕਿਨ ਜਿਹੜੇ ਕਾਂਗਰਸ ਹੈ, ਜਿਹਨੂੰ ਨੰਬਰ 2 ਤੇ ਲਗਾਤਾਰ ਸਰਵੇਜ਼ ਦੇ ਵਿੱਚ ਦਿਖਾਇਆ ਜਾ ਰਿਹਾ ਸੀ, ਮੇਰੇ ਹਿਸਾਬ ਨਾਲ ਉਹ ਸਮਾਂ ਪੈਣ ਦੇ ਨਾਲ ਡਾਊਨ ਆ ਰਹੀ ਹੈ, ਨੀਚੇ ਆ ਰਹੀ ਹੈ। ਔਰ ਉਹਦੇ ਮੁਕਾਬਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਅਕਾਲੀ ਦਲ ਬੀਐਸਪੀ ਅਲਾਈਅੰਸ ਤੇ ਬੀਜੇਪੀ ਵਾਲਾ ਅਲਾਈਅੰਸ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੰਪਰੂਵ ਕਰ ਸਕਦਾ ਹੈ। ਜਿਵੇਂ ਇੱਕ ਅਸੀਂ ਬੜੀ ਇੰਪੋਰਟੈਂਟ ਡਿਵੈਲਪਮੈਂਟ ਦੇਖੀ ਹੈ, ਖਡੂਰ ਸਾਹਿਬ ਕੌਂਸਟੀਚੁਐਂਸੀ ਦੇ ਵਿੱਚ ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੈ ਕਿ ਜਸਵੀਰ ਸਿੰਘ ਡਿੰਪਾ, ਉਹਨਾਂ ਦੇ ਬ੍ਰਦਰ ਤੇ ਉਹਦੀ ਫੈਮਿਲੀ ਜਿਹੜੀ ਅਕਾਲੀ ਦਲ ਦੇ ਵਿੱਚ ਡਿਫੈਕਟ ਹੋਈ ਹੈ। ਔਰ ਉਹ ਕੌਂਸਟੀਚੁਐਂਸੀ ਇੱਕ ਐਸੀ ਹੈ ਜਿਹੜੀ 4 ਡਿਸਟ੍ਰਿਕਟਾਂ ਨੂੰ ਇਫੈਕਟ ਕਰਦੀ ਹੈ। ਉਹਦੇ 'ਚ ਕਪੂਰਥਲਾ ਦੀਆਂ ਵੀ 2 ਕੌਂਸਟੀਚੁਐਂਸੀਜ਼ ਹੈਗੀਆਂ, ਉਹਦੇ 'ਚ ਫਿਰੋਜ਼ਪੁਰ ਦੀਆਂ ਵੀ ਕੌਂਸਟੀਚੁਐਂਸੀਜ਼ ਹਨ, ਉਹਦੇ 'ਚ ਅੰਮ੍ਰਿਤਸਰ ਸਾਹਿਬ ਦੀਆਂ ਵੀ ਕੌਂਸਟੀਚੁਐਂਸੀਜ਼ ਹਨ, ਉਹਦੇ 'ਚ ਤਰਨਤਾਰਨ ਸਾਹਿਬ ਦੀਆਂ ਵੀ ਹੈਗੀਆਂ ਕੌਂਸਟੀਚੁਐਂਸੀਜ਼। ਤਾਂ ਦਿਨ ਬ ਦਿਨ ਜਿਹੜਾ ਅਕਾਲੀ ਦਲ ਇੰਪਰੂਵ ਕਰ ਰਿਹਾ ਹੈ, ਕਾਂਗਰਸ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ, ਉਹ ਵਿਵਾਦਾਂ ਨੂੰ ਵਾਰੀ-ਵਾਰੀ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ। ਆਪਾਂ ਨੂੰ ਪਤਾ ਹੀ ਹੈ ਕਿਹੜੇ ਵਿਵਾਦ ਹੈਗੇ ਕਿ ਉਹਨਾਂ ਦੀ ਲੀਡਰਾਂ ਦੀ ਆਪਸ ਦੇ ਵਿੱਚ ਇੱਕ ਸੁਰ ਨਹੀਂ ਹੈ, ਬਾਗੀ ਕੈਂਡੀਡੇਟ ਬਹੁਤ ਖੜੇ ਨੇ, ਫਿਰ ਈਡੀ ਦੀਆਂ ਰੇਡਸ, ਇਹਦੀ ਵਜ੍ਹਾ ਕਰਕੇ ਉਹਨਾਂ ਦਾ ਜਿਹੜਾ ਪੋਪੂਲੈਰਿਟੀ ਗ੍ਰਾਫ ਹੈ ਉਹ ਨੀਚੇ ਆ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੀਡਿੰਗ ਪੋਜੀਸ਼ਨ ਦੇ ਵਿੱਚ ਹੈ। ਔਰ ਨੰਬਰ 2 ਦੇ ਤੇ ਜੇ ਕੋਈ ਮੇਰਾ ਪਰਸਨਲ ਵਿਚਾਰ ਜਿਹੜਾ ਹੈ ਉਹ ਸਮਝ ਕੇ ਇਹਨੂੰ ਲਵੇ, ਕਿਉਂਕਿ ਸਿਰਫ ਪਰਸਨਲ ਹੈ ਮੇਰਾ, ਕਿ ਅਕਾਲੀ ਦਲ ਬੀਜੇਪੀ ਜਿਹੜਾ ਅਲਾਈਅੰਸ ਹੈ ਉਹ ਨੰਬਰ 2 ਤੇ ਚੱਲ ਰਿਹਾ ਹੈ ਤੇ ਬਾਕੀ ਜਿਹੜਾ ਹੈਗਾ ਕਾਂਗਰਸ ਮੈਨੂੰ ਲੱਗਦਾ ਉਸ ਪੋਜੀਸ਼ਨ ਤੋਂ ਆਲਰੇਡੀ ਸਰਕ ਚੁੱਕੀ ਹੈ ਜਿਹੜੀ ਨੰਬਰ 2 ਵਾਲੀ ਪੋਜੀਸ਼ਨ ਉਹਨਾਂ ਦੀ ਸੀ।
ਇਹ ਜਿਹੜੀ ਜੀ। ਲੱਗਦਾ ਹੈ। ਜੀ ਜੀ, ਇਸੇ ਗੱਲ ਨੂੰ ਪ੍ਰੋਫੈਸਰ ਸਾਹਿਬ ਕੋਲ ਲੈ ਜਾਂਦੇ। ਪ੍ਰੋਫੈਸਰ ਸਾਹਿਬ ਸਮ ਅਪ ਕਰ ਦਿਓ, ਵਾਈਂਡ ਕਰਦੇ ਇਸ ਤੋਂ ਬਾਅਦ ਥੋੜੇ ਜਿਹੇ ਸ਼ਬਦਾਂ 'ਚ ਹੀ। ਹਾਂ ਦੇਖੋ, ਮੈਂ ਬਹੁਤਾ ਲੰਬਾ ਨਹੀਂ ਕਹਿਣਾ, ਪਰ ਜਿਵੇਂ ਖਾਨ ਸਾਹਿਬ ਕਹਿ ਰਹੇ ਨੇ ਨਾ ਵੀ ਕਿਹੜਾ ਅੱਗੇ ਲੰਘਿਆ ਕਿਹੜਾ ਪਿੱਛੇ ਲੱਗਿਆ, ਮੇਰਾ ਕੰਸਰਨ ਨਹੀਂ ਹੈ। ਮੇਰਾ ਕੰਸਰਨ ਇਹ ਹੈ ਵੀ ਧਰਮ ਦਾ ਇਹਦੇ ਵਿੱਚ ਕੀ ਰੋਲ ਹੈ ਤੇ ਹੁਣ ਧਰਮ ਦਾ ਕੀ ਰੋਲ ਰਹੇਗਾ। ਉਹ ਤੇ ਨੇਗੇਟ ਹੀ ਹੋ ਗਿਆ। ਜੇ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਂਦੇ ਨੇ ਤੇ ਧਰਮ ਦਾ ਰੋਲ ਜਿਹੜਾ ਉਹ ਆਪਣੇ ਆਪ ਹੀ ਘਟ ਜਾਏਗਾ, ਥੋੜਾ ਬਹੁਤ ਜਿੰਨਾ ਵੀ ਘਟੇਗਾ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਉਹ ਜਿਹੜੀ ਗੱਲ ਪਹਿਲੋਂ ਸੀ ਨਾ, ਜਿਹੜੀ ਸਾਰਾ ਜੜ ਵੱਜੀ ਹੈ, ਉਹ ਟੂ ਨੇਸ਼ਨ ਥਿਊਰੀ ਤੇਰਾ ਜਿਹਨੂੰ ਹਰੀਸ਼ੀ ਕਹਿੰਦੇ ਨੇ, ਇਹ ਵੀ ਹੈ, ਅਜੇ ਵੀ ਮੁੱਕ ਨਹੀਂ ਰਹੀ, ਕਿਉਂਕਿ ਉਹ ਪਾਲਿਆਂ ਨੂੰ ਸੂਟ ਕਰਦੀ ਹੈ। ਉਹਨਾਂ ਨੇ ਟੂ ਨੇਸ਼ਨ ਥਿਊਰੀ ਆਪਣੀ ਕਾਇਮ ਰੱਖੀ ਹੋਈ ਆ, ਕੋਈ ਗੱਲ ਨਹੀਂ ਕਰ। ਮੈਂ ਇਹ ਕਹਿਣਾ ਕਿ ਜਦੋਂ ਤੁਸੀਂ ਜਨਾਹ ਦੇਖੋ, ਜਿਹੜਾ ਕਾਇਦੇ ਆਜ਼ਮ ਹੈ ਉਹ ਗੁਜਰਾਤ ਦਾ, ਉਹ ਪੰਜਾਬ ਦਾ ਖਿੱਤਾ ਚੁਣ ਰਿਹਾ ਹੈ ਪਾਕਿਸਤਾਨ ਬਣਨ ਵਾਸਤੇ, ਗੁਜਰਾਤ ਦਾ ਨਹੀਂ ਚੁਣ ਰਿਹਾ, ਹਿੰਦੁਸਤਾਨ ਦਾ ਹੋਰ ਕੋਈ ਹਿੱਸਾ ਨਹੀਂ ਚੁਣ ਰਿਹਾ। ਇਹ ਜਿਹੜਾ ਖਿੱਤਾ ਹੈ ਨਾ, ਇਹ ਰਿਸਪੌਂਸਿਵ ਹੈ। ਇਸ ਕਰਕੇ ਮੇਰੀ ਧਾਰਨਾ ਇਹ ਹੈ ਕਿ ਆਪਣੇ ਨਤੀਜੇ ਕੋਈ ਹੋਣ, ਪੰਜਾਬ ਜਿਹੜਾ ਵੀ ਨਤੀਜਾ ਦੇਗਾ ਹਿੰਦੁਸਤਾਨ ਵਾਸਤੇ ਗਾਈਡਿੰਗ ਨਤੀਜਾ ਹੋਏਗਾ। ਕਿਉਂਕਿ ਪੰਜਾਬ ਦਾ ਜਿਹੜਾ ਵੋਟਰ ਹੈ ਨਾ, ਉਹ ਇਸ ਵੇਲੇ ਸਵੇ ਨਹੀਂ ਹੋ ਰਿਹਾ, ਨਾ ਉਹ ਕਿਸੇ ਮਤਲਬ ਪੋਲੀਟੀਕਲ ਸਾਇੰਟਿਸਟ ਦੇ ਮੁਤਾਬਕ ਚੱਲ ਰਿਹਾ ਹੈ, ਨਾ ਕਿਸੇ ਥਿਊਰੀ ਤੇ ਖੜ ਰਿਹਾ ਹੈ। ਉਹਦਾ ਤੇ ਆਪਣਾ ਹੀ ਆ। ਉਹ ਤੇ ਹੁਣ ਪੋਲੀਟੀਸ਼ੀਅਨ ਨੂੰ ਇਹ ਸਮਝਾ ਰਿਹਾ ਹੈ ਕਿ ਮੈਨੂੰ ਪੋਲੀਟੀਕਲ ਲਾੜ ਤੇ ਕੋਈ ਵਿਸ਼ਵਾਸ ਨਹੀਂ ਹੈ। ਪਰ ਜੇ ਤੁਸੀਂ ਮਤਲਬ ਮੈਂ ਰਿਸਪੌਂਸਿਵ ਗਵਰਨਮੈਂਟ ਚਾਹਣਾ, ਜਿਵੇਂ ਇਹਨਾਂ ਨੇ ਮਤਲਬ ਆਪ ਅੱਗੇ ਲਾਤੀ, ਪਬਲਿਕ ਚ ਹੋਵੇ ਮੈਨੂੰ ਪਤਾ ਨਹੀਂ ਹੈ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਆਪ ਅੱਗੇ ਆਉਂਦੀ ਤਾਂ ਕੀ ਆਉਂਦੀ। ਆਪ ਤੇ ਕੁਐਸਚਨ ਹੀ ਇਹ ਹੈ ਕਿ ਪੋਲੀਟੀਕਲ ਪਾਰਟੀ ਵੀ ਹੈ, ਆਪ ਧਰਮ ਦਾ ਪੱਤਾ ਖੇਡ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਭੁੱਲਰ ਵਾਲੇ ਕੇਸ ਤੇ ਉਹ ਪਿਛਲੀ ਗਲਤੀ ਧੋਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਖਾਲਿਸਤਾਨੀਆਂ ਕਰਕੇ ਹਾਰ ਗਏ ਸੀ ਅਸੀਂ। ਉਹਨੂੰ ਇਹ ਨਹੀਂ ਪਤਾ ਲੱਗਾ ਵੀ ਹਲਕਾ ਸਿੱਖਾ ਕਰਕੇ ਹਾਰ ਜਾਓਗੇ। ਮੈਨੂੰ ਇਹ ਗੱਲ ਦਾ ਜਿਹੜਾ ਮੈਂ ਇੱਕ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ, ਮਤਲਬ ਮੈਂ ਨਾ ਨਿਰਣਾ ਵੀ ਨਹੀਂ ਕਰਨਾ ਚਾਹੁੰਦਾ। ਮੈਂ ਇਹ ਸਮਝਦਾ ਹਾਂ ਕਿ ਗੁਜਰਾਤੀ ਜਨਾਹ ਨੂੰ ਜੋ ਰਿਸਪੌਂਸ ਪੰਜਾਬ ਦੇ ਮੁਸਲਮਾਨ ਤੋਂ ਮਿਲਿਆ, ਉਹ ਉਹਨੂੰ ਹੋਰ ਕਿਤੋਂ ਨਹੀਂ ਮਿਲਿਆ। ਪੰਜਾਬ ਜਦੋਂ ਮੁਸਲਮਾਨ 100% ਜਨਾਹ ਦੀ ਮਦਦ ਕਰ ਰਹੇ ਸਨ, ਉਦੋਂ ਕੋਈ ਹਿੰਦੂ ਕਿਸੇ ਹਿੰਦੂ ਦੀ ਮਦਦ ਨਹੀਂ ਸੀ ਕਰ ਰਿਹਾ, ਕੋਈ ਸਿੱਖ ਕਿਸੇ ਸਿੱਖ ਦੀ ਮਦਦ ਨਹੀਂ ਕਰਦਾ ਸੀ, ਕੋਈ ਹਿੰਦੂ ਪੋਲਿਟਿਕਸ ਨਹੀਂ, ਕੋਈ ਸਿੱਖ ਪੋਲਿਟਿਕਸ ਨਹੀਂ ਪੰਜਾਬ 'ਚ। ਮੈਂ ਇਹ ਕਹਿਣਾ ਇਹਨਾਂ ਚਾਹੁੰਦਾ ਕਿ ਮੁਸਲਮਾਨਾਂ ਵਿੱਚ ਜਿਹੜੀ ਸਿਆਸਤ ਹੈ ਇਹ ਧਰਮ ਦੇ ਵਿੱਚ ਕੇਂਦਰਿਤ ਹੈ, ਕਿਉਂਕਿ ਉੱਥੇ ਉਹ ਕਨਵਰਸ਼ਨ ਹੈ। ਇਹ ਸਿੱਖਾਂ ਤੇ ਹਿੰਦੂਆਂ 'ਚ ਹੈ ਨਹੀਂ। ਹੁਣ ਸਿੱਖ ਜਿਹੜੇ ਖਾਲਿਸਤਾਨ ਦੀ ਮੂਵਮੈਂਟ ਹੈ ਉਹ ਮੁਸਲਮ ਪੈਟਰਨ ਤੇ ਆ, ਸਿੱਖ ਪੈਟਰਨ ਤੇ ਨਹੀਂ ਹੈ। ਹੁਣ ਚਲੋ ਐਨੀ ਹਾਓ, ਮੇਰਾ ਮਤਲਬ ਇਹ ਹੈ ਕਿ ਮੈਂ ਕੰਕਲੂਡ ਤੇ ਕਰਨਾ, ਤੇ ਮੈਂ ਇਹ ਕਰਨਾ ਚਾਹੁੰਦਾ ਕਿ ਪੰਜਾਬ ਵਿੱਚ ਪੋਲਿਟਿਕਸ ਨੂੰ ਤੇ ਰਿਲੀਜਨ ਨੂੰ ਰਿਸਪੌਂਡ ਨਹੀਂ ਹੋਣਾ। ਹਾਲਾਂਕਿ ਭਾਜਪਾ ਵਾਲੇ ਜਿਹੜੇ ਨੇ ਉਹ ਸੰਤ ਸਰਸੇ ਵਾਲੇ ਨੂੰ ਵੀ ਲਿਆ ਰਹੇ ਨੇ, ਰਿਲੀਜਨ ਹੀ ਲਿਆ ਰਹੇ ਨੇ ਵਿੱਚ, ਪਰ ਉਸ ਦੇ ਬਾਵਜੂਦ ਮੈਂ ਇਹ ਕਹਿਣਾ ਚਾਹੁੰਦਾ ਕਿ ਸਿਆਸਤ ਨੇ ਪੰਜਾਬ ਦਾ ਸਦਾ ਨੁਕਸਾਨ ਕੀਤਾ ਹੈ। ਜਦੋਂ ਆਪਰੇਟਿਵ ਹੋਈ ਉਦੋਂ ਹੀ ਕਰੇਗੀ। ਵਾਜਪਾਈ ਤੱਕ ਭਾਜਪਾ ਕੋਲ ਵੀ ਰਿਲੀਜਨ ਇਸ ਤਰ੍ਹਾਂ ਕੇਂਦਰ ਵਿੱਚ ਨਹੀਂ ਸੀ ਜਿਸ ਤਰ੍ਹਾਂ ਹੁਣ ਆ ਗਿਆ, ਤੇ ਉਹਨਾਂ ਦਾ ਉਸ ਤਰ੍ਹਾਂ ਨੁਕਸਾਨ ਕਦੇ ਨਹੀਂ ਸੀ ਹੋਇਆ ਜਿਵੇਂ ਹੁਣ ਹੋ ਰਿਹਾ ਹੈ। ਇਸ ਕਰਕੇ ਸਿਆਸਤ ਨੂੰ ਧਰਮ ਤੋਂ ਦੂਰ ਰੱਖਣਾ ਚਾਹੀਦਾ। ਕੋਈ ਧਰਮ ਅਧਿਆਤਮਿਕਤਾ ਦਾ ਮੀਡੀਅਮ ਤੇ ਹੋ ਸਕਦਾ ਹੈ, ਧਰਮ ਤੁਹਾਡਾ ਕਲਚਰ ਨੂੰ ਸਟਰੈਂਥਨ ਕਰਨ ਵਾਲਾ ਮੀਡੀਅਮ ਤੇ ਹੋ ਸਕਦਾ ਹੈ ਜੀ। ਕਲਚਰ ਜਿਹੜਾ ਰਿਲੀਜੀਅਨ ਹੈ ਇਹ ਕਦੇ ਵੀ ਪੋਲੀਟੀਕਲ ਨਤੀਜੇ ਕੱਢਣ ਦਾ ਕਾਰਨ ਨਹੀਂ ਬਣ ਸਕਦਾ। ਜੇ ਬਣਦਾ ਹੈ ਇਹ ਵਨ ਟਾਈਮ ਹੈ, ਇਹ ਜੇ ਬਣਦਾ ਹੈ ਇਹ ਖਤਰਨਾਕ ਹੈ, ਜੇ ਬਣਦਾ ਇਹ ਔਲਾਰ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ। ਤੁਹਾਡੀ ਗੱਲ ਠੀਕ ਹੈ। ਮੈਨੂੰ ਤੁਹਾਡੀ ਉਹ ਸਟੇਟਮੈਂਟ ਬੜੀ ਚੰਗੀ ਲੱਗੀ ਕਿ ਜਿੱਥੋਂ ਹੰਗਾਰਾ ਆਉਂਦਾ ਹਾਕ ਉੱਥੇ ਹੀ ਮਾਰੀ ਜਾਂਦੀ ਹੈ, ਔਰ ਇਹ ਪੰਜਾਬ ਨਾਲ ਹੋਇਆ। ਹੰਗਾਰਾ ਇੱਥੋਂ ਹੀ ਆਉਂਦਾ ਹੈ। ਮੈਂ ਸਾਰੇ ਵਿਦਵਾਨਾਂ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡਾ ਸਮਾਂ ਖਾ ਜਾਂਦਾ ਹੈ, ਪਤਾ ਨਹੀਂ ਇਹ ਗੁਨਾਹ ਮੇਰੇ ਕਦੋਂ ਬਖਸ਼ੇ ਜਾਣਗੇ, ਪਰ ਖੈਰ ਅਸੀਂ ਹੁਣ ਜਾਈਏ ਵੀ ਕਿਤੇ ਕੋਲ, ਘਰੇ ਹੀ ਆਵਾਂਗੇ। ਡਾਂਗਾ ਵੀ ਇੱਥੋਂ ਪੈਂਦੀਆਂ, ਮੁਹੱਬਤ ਵੀ ਇੱਥੋਂ ਮਿਲਦੀ ਆ। ਪ੍ਰੋਫੈਸਰ ਬਲਕਾਰ ਸਿੰਘ ਤੇ ਖਾਸੇ ਖੁਸ਼ ਹੋ ਕੇ ਜਦੋਂ ਮਿਲਦੇ ਨੇ ਨਾ, ਤੇ ਇੰਜ ਲੱਗਦਾ ਜਿਵੇਂ ਕੋਈ ਦਰਵੇਸ਼ ਅਸੀਸ ਦੇ ਰਿਹਾ ਹੋਵੇ। ਔਰ ਇਵੇਂ ਹੀ ਦੋਵੇਂ ਪ੍ਰੋਫੈਸਰ ਬਾਕੀ ਜਿਵੇਂ ਬਹੁਤ ਸਾਰੇ ਅੰਕੜਿਆਂ ਨਾਲ ਜਮਸ਼ੀਦ ਅਲੀ ਖਾਨ ਸਦਾ ਹੀ ਪੇਸ਼ ਹੁੰਦੇ ਰਹਿੰਦੇ ਆ। ਇਹਨਾਂ ਨੇ ਬਹੁਤ ਸਾਰੀਆਂ ਇਲੈਕਸ਼ਨਸ ਨੂੰ ਆਪਣੇ ਹਿਰਦੇ ਤੇ ਉਕਰਿਆ, ਔਰ ਖਾਸ ਤੌਰ ਤੇ ਇਹਨਾਂ ਨੇ ਉਹ ਡਾਇਰੀਆਂ ਬਣਾ ਕੇ ਰੱਖੀਆਂ ਨੇ। ਤੁਸੀਂ ਵੋਟ ਪ੍ਰਤੀਸ਼ਤਤਾ ਤੋਂ ਲੈ ਕੇ ਧਰਮਾਂ ਤੋਂ ਹਰ ਚੀਜ਼ ਇਹਨਾਂ ਨੂੰ ਬਹੁਤ ਬਰੀਕੀ ਚ ਪਤਾ ਹੈ।
ਤੇ ਪ੍ਰੋਫੈਸਰ ਹਰੀਸ਼ ਸ਼ਰਮਾ, ਉਹ ਤਾਂ ਸਾਡਾ ਮਾਣ ਤਾਣ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਠੀਕ ਠੀਕ।